प्यारे दर्शकों ਤੁਹਾਡਾ ਸਵਾਗਤ ਤੇ ਮੈਂ ਡਾਕਟਰ ਗਿੰਦਰ ਸਿੰਘ ਮੇਰੇ ਨਾਲ ਨੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਆਪਾਂ ਭਾਰਤੀ ਕਾਵਿ ਸ਼ਾਸਤਰ ਦੇ ਵੱਖ-ਵੱਖ ਸਿਧਾਂਤਾਂ ਸੰਪਰਦਾਇ ਬਾਰੇ ਗੱਲ ਕਰ ਰਹੇ ਹਾਂ ਤੇ ਉਹਨਾਂ ਦੇ ਵਿੱਚੋਂ ਵਕ੍ਰੋਕਤੀ ਹੈ ਚਾਹੇ ਔਚਿਤਯ ਹੈ ਇਹ ਵੀ ਭਾਰਤੀ ਕਾਵਿ ਸ਼ਾਸਤਰ ਦੇ ਸਿਧਾਂਤ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵਕ੍ਰੋਕਤੀ ਬਾਰੇ ਤੇ ਨਾਲ ਦੀ ਨਾਲ ਕਰਾਂਗੇ ਔਚਿਤਯ ਬਾਰੇ ਤੇ ਇਸ ਬਾਰੇ ਚਰਚਾ ਕਰਨਗੇ ਪ੍ਰੋਫੈਸਰ ਸਤਨਾਮ ਸਿੰਘ ਸੰਧੂ। ਸਰ ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਡਾਕਟਰ ਗਿੰਦਰ ਸਿੰਘ। ਸਰ ਸਾਨੂੰ ਹੁਣ ਤੁਸੀਂ ਦੋ ਸਿਧਾਂਤਾਂ ਦੇ ਬਾਰੇ ਜਾਣਕਾਰੀ ਦੇਣੀ ਹੈ ਜਿਹਦੇ ਵਿੱਚ ਵਕ੍ਰੋਕਤੀ ਹੈ ਤੇ ਦੂਸਰਾ ਨਾਲ ਦੀ ਨਾਲ ਸਾਡੇ ਕੋਲੇ ਔਚਿਤਯ ਹੈ ਜੀ। ਤੇ ਪਹਿਲੇ ਨੰਬਰ ਤੇ ਤੁਸੀਂ ਸਾਨੂੰ ਵਕ੍ਰੋਕਤੀ ਬਾਰੇ ਜਾਣਕਾਰੀ ਦਿਓ, ਵਕ੍ਰੋਕਤੀ ਕੀ ਹੈ ਜੀ? ਡਾਕਟਰ ਗਿੰਦਰ ਸਿੰਘ, ਜਿਵੇਂ ਵਕ੍ਰੋਕਤੀ ਸ਼ਬਦ ਤੋਂ ਹੀ ਸਪਸ਼ਟ ਹੈ, ਇਹ ਅਲੰਕਾਰ ਦੇ ਵਿੱਚ ਵੀ ਸ਼ਬਦ ਵਰਤਿਆ ਜਾਂਦਾ ਹੈ। ਦੋ ਸ਼ਬਦਾਂ ਦੀ ਸੰਧੀ ਹੈ ਇਹ, ਵਕਰ ਤੇ ਉਕਤੀ। ਜਦੋਂ ਕੋਈ ਵਿਅਕਤੀ ਸਧਾਰਨ ਨਾਲੋਂ ਵੱਖਰੀ ਕਿਸਮ ਵਿੱਚ ਆਪਣੀ ਗੱਲ ਕਹੇ ਉਸ ਨੂੰ ਅਸੀਂ ਵਕ੍ਰੋਕਤੀ ਕਹਿੰਦੇ ਆ, ਜਿਹਦੇ ਵਿੱਚ ਛੁਪੇ ਹੋਏ ਅਰਥਾਂ ਨੂੰ ਸਪਸ਼ਟ ਕਰਨ ਲਈ ਵਿਅੰਗ ਹੋਵੇ। ਉਹ ਵਿਅੰਗ ਸ਼ਬਦ ਦੀ ਪੱਧਰ ਤੇ ਹੋਵੇ, ਅਰਥ ਦੀ ਪੱਧਰ ਤੇ ਹੋਵੇ ਜਾਂ ਦੋਵਾਂ ਦੀ ਪੱਧਰ ਤੇ ਹੋਵੇ। ਉਸ ਕਿਸਮ ਦੀ ਗੱਲਬਾਤ ਨੂੰ, ਉਸ ਕਿਸਮ ਦੇ ਵਿਚਾਰ ਨੂੰ ਅਸੀਂ ਵਕ੍ਰੋਕਤੀ ਦੇ ਅੰਤਰਗਤ ਰੱਖਦੇ ਹਾਂ। ਜਿਹੜਾ ਵਕ੍ਰੋਕਤੀ ਸਿਧਾਂਤ ਹੈ ਇਹ ਕੁੰਤਕ ਵਿਦਵਾਨ ਹੋਏ ਆ ਭਾਰਤੀ ਜਿਹੜੀ ਸੰਪਰਦਾਇ ਆ ਉਸ ਦੇ ਵਿੱਚ। ਉਹਨਾਂ ਦਾ ਗ੍ਰੰਥ ਵਕ੍ਰੋਕਤੀ ਜੀਵੰਤਿਆ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਸਮਾਂ ਤਕਰੀਬਨ 10ਵੀਂ 11ਵੀਂ ਸਦੀ ਦਾ ਬਣਦਾ ਜੀ। ਅਸੀਂ ਸਾਰੇ ਜਾਣਦੇ ਹਾਂ ਕਿ ਭਾਰਤੀ ਕਾਵਿ ਸ਼ਾਸਤਰ ਹੈ ਜਿਹੜਾ ਉਹ ਦੂਸਰੀ ਸਦੀ ਤੋਂ ਸ਼ੁਰੂ ਹੋਇਆ ਸੀ। ਸ਼ੁਰੂ ਦੇ ਵਿੱਚ ਇਸ ਦਾ ਨਾਂ ਅਲੰਕਾਰ ਸ਼ਾਸਤਰ ਵੀ ਰਿਹਾ, ਫਿਰ ਹੌਲੀ ਹੌਲੀ ਇਹ ਕਾਵਿ ਸ਼ਾਸਤਰ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਇਸ ਦੇ ਵਿੱਚ ਬਹੁਤ ਸਾਰੇ ਵਿਦਵਾਨ ਆਏ, ਪਰੰਤੂ ਉਹਨਾਂ ਸਾਰਿਆਂ ਦੇ ਵਿੱਚੋਂ ਨਿਖੜਵੇਂ ਰੂਪ ਦੇ ਵਿੱਚ ਜਿਹੜੇ 6 ਪ੍ਰਮੁੱਖ ਸਿਧਾਂਤ ਹੈ, ਰਸ, ਧੁਨੀ, ਵਕ੍ਰੋਕਤੀ, ਰੀਤੀ, ਔਚਿਤਯ ਵਗੈਰਾ, ਇਹਨਾਂ ਨੂੰ ਮੂਲ ਸਥਾਨ ਦਿੱਤਾ ਗਿਆ ਤੇ ਵਕ੍ਰੋਕਤੀ ਉਹਨਾਂ ਮੂਲ ਸਿਧਾਂਤਾਂ ਦੇ ਵਿੱਚੋਂ ਇੱਕ ਹੈ। ਤੇ ਸਰ ਜਦੋਂ ਅਸੀਂ ਵਕ੍ਰੋਕਤੀ ਨੂੰ ਸਮਝਣਾ ਤੇ ਕੀ ਅਸੀਂ ਇਹਨੂੰ ਜਦੋਂ ਵਿਹਾਰਕ ਸਾਹਿਤ ਦੇ ਵਿੱਚ ਦੇਖਦੇ ਹਾਂ ਤਾਂ ਵਿਹਾਰਕ ਸਾਹਿਤ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਕੇ ਵੇਖਿਆ ਜਾ ਸਕਦਾ ਜਾਂ ਇਸ ਨੂੰ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ? ਦੇਖੋ ਡਾਕਟਰ ਗਿੰਦਰ ਸਿੰਘ, ਇਹ ਹੈ ਕਿ ਵਿਹਾਰਕ ਸਾਹਿਤ ਨੂੰ ਲਾਗੂ ਕਰਨ ਵੇਲੇ ਸਭ ਤੋਂ ਪਹਿਲਾਂ ਜਿਹੜਾ ਉਸ ਸੰਪਰਦਾਇ ਦਾ ਪ੍ਰਮੁੱਖ ਆਪਾਂ ਆਲੋਚਕ ਕਹਿ ਲਈਏ ਜਾਂ ਸਿਰਜਕ ਕਹਿ ਲਈਏ ਮੰਨਿਆ ਜਾਂਦਾ, ਉਹ ਕਲੇਮ ਕਰਦਾ ਕਿ ਜਿਹੜਾ ਮੇਰਾ ਸਿਧਾਂਤ ਹੈ ਸਾਹਿਤ ਨੂੰ ਸਮਝਣ ਦਾ ਉਹੀ ਮੂਲ ਸਿਧਾਂਤ ਹੈ। ਮੇਰਾ ਸਿਧਾਂਤ ਹੀ ਕਾਵਿ ਦੀ ਜਾਂ ਸਾਹਿਤ ਦੀ ਆਤਮਾ ਹੈ। ਮੇਰੇ ਸਿਧਾਂਤ ਰਾਹੀਂ ਹੀ ਸਾਹਿਤ ਦੇ ਸਾਰੇ ਗੁਣ ਹੈ ਜਿਹੜੇ ਉਹ ਸਪਸ਼ਟ ਹੋ ਸਕਦੇ ਆ ਜਾਂ ਸਪਸ਼ਟ ਕੀਤੇ ਜਾ ਸਕਦੇ ਆ। ਇਸੇ ਤਰੀਕੇ ਨਾਲ ਕੁੰਤਕ ਨੇ ਵੀ ਕਿਹਾ ਕਿ ਜਿਹੜਾ ਮੇਰਾ ਸਿਧਾਂਤ ਹੈ ਉਹ ਕਾਵਿ ਦੀ ਜਾਂ ਸਾਹਿਤ ਦੀ ਆਤਮਾ ਹੈ। ਮੇਰੇ ਇਸੇ ਸਿਧਾਂਤ ਨਾਲ ਹੀ ਜਿਹੜਾ ਸਾਹਿਤ ਹੈ ਉਸ ਨੂੰ ਸਮਝਿਆ ਜਾ ਸਕਦਾ ਹੈ। ਇਸ ਕਰਕੇ ਵਕ੍ਰੋਕਤੀ ਦੇ ਵਿੱਚ ਦੋ ਤਿੰਨ ਚੀਜ਼ਾਂ ਪ੍ਰਮੁੱਖ ਤੌਰ ਤੇ ਜਿਹੜੀ ਸਾਡੇ ਧਿਆਨ ਦੀ ਮੰਗ ਕਰਦੀਆਂ। ਇਹਦੇ ਵਿੱਚ ਸ਼ੈਲੀ ਦੀ ਚੁਸਤ ਹੋਣਾ, ਸ਼ਬਦਾਂ ਦੀ ਜਿਹੜੀ ਸਹੀ ਬਣਤਰ ਹੈ ਉਹ ਹੈ, ਉਹਨੂੰ ਮੰਨਿਆ ਜਾਂਦਾ ਹੈ। ਪਰ ਮੁੱਖ ਤੌਰ ਤੇ ਜਦੋਂ ਸਾਹਿਤ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਤਾਂ ਇਸ ਦੇ 3 ਗੁਣ ਮੰਨੇ ਜਾਂਦੇ ਹੈ। ਇਹਦੇ ਚ ਸ਼ਬਦ ਤੇ ਅਰਥ ਦਾ ਪ੍ਰਯੋਗ ਕਿਸ ਪ੍ਰਕਾਰ ਕੀਤਾ ਜਾਂਦਾ ਹੈ, ਇਹਦੇ ਵਿੱਚ ਸ਼ਬਦ ਹੈ ਜਿਹੜਾ ਚਮਤਕਾਰ ਕਿਵੇਂ ਪੈਦਾ ਕਰਦਾ ਹੈ, ਇਸ ਦੇ ਵਿੱਚ ਜਿਹੜਾ ਸ਼ਬਦ ਹੈ ਉਹ ਰਸ ਕਿਸ ਪ੍ਰਕਾਰ ਪੈਦਾ ਕਰਦਾ ਹੈ। ਜਦੋਂ ਅਸੀਂ ਇਹਨਾਂ ਦੇ ਸੁਮੇਲ ਨਾਲ ਦੇਖਦੇ ਹਾਂ ਤਾਂ ਇਹਨਾਂ ਤਿੰਨੇ ਪ੍ਰਮੁੱਖ ਪੱਖਾਂ ਦੇ ਆਧਾਰ ਤੇ ਅਸੀਂ ਕਿਸੇ ਵੀ ਰਚਨਾ ਦੇ ਵਿੱਚ ਪੇਸ਼ ਹੋਏ ਵਿਚਾਰਾਂ ਨੂੰ ਸਮਝਣ ਦੀ ਗੱਲ ਕਰਦੇ ਹਾਂ ਤਾਂ ਉਹ ਅਸੀਂ ਵਕ੍ਰੋਕਤੀ ਸੰਪਰਦਾਇ ਦੇ ਅੰਤਰਗਤ ਰੱਖ ਕੇ ਹੀ ਦੇਖਦੇ ਹਾਂ ਜੀ। ਯਾਨੀ ਵਕ੍ਰੋਕਤੀ ਦੇ 3 ਜਿਹੜੇ ਪ੍ਰਮੁੱਖ ਗੁਣ ਆ ਜਿਹਨੇ ਤੁਸੀਂ ਗੱਲ ਕੀਤੀ ਤੇ ਉਸ ਦੇ ਨਾਲ ਸਰ ਜਿਵੇਂ ਤੁਸੀਂ ਸਾਨੂੰ ਪਿਛਲੇ ਸਿਧਾਂਤਾਂ ਦੀ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਤੇ ਹਰੇਕ ਸਿਧਾਂਤ ਦੇ ਆਪਣੇ ਇੱਕ ਭੇਦ ਆ ਤੇ ਇਸ ਦੇ ਭੇਦਾਂ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਵਕ੍ਰੋਕਤੀ ਦੇ ਕਿਹੜੇ ਭੇਦ ਹੈ ਜੀ? ਦੇਖੋ, ਵਕ੍ਰੋਕਤੀ ਹੈ ਬੁਨਿਆਦੀ ਤੌਰ ਤੇ ਅਸੀਂ ਸਾਰੇ ਕਹਿੰਦੇ ਆ ਕਿ ਇਸ ਸਾਹਿਤ ਨੂੰ ਸਮਝਣ ਦੀ ਹੀ ਪ੍ਰਕਿਰਿਆ ਜੀ। ਵਕ੍ਰੋਕਤੀ ਦੇ ਮੋਟੇ ਤੌਰ ਤੇ ਜਿਹੜੇ ਹੈਗੇ ਆ ਉਹ 6 ਭੇਦ ਮੰਨੇ ਜਾਂਦੇ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਜੇ ਆਪਾਂ ਇਹਨਾਂ ਦੀ ਸਿਲਸਿਲੇਵਾਰ ਗਿਣਤੀ ਕਰੀਏ, ਵਰਨ ਦੇ ਆਧਾਰ ਤੇ ਜਿਹਨੂੰ ਅਸੀਂ ਵਰਨ ਵਕ੍ਰੋਕਤੀ ਕਹਿੰਦੇ ਆ, ਸ਼ਬਦ ਵਕ੍ਰੋਕਤੀ ਕਹਿੰਦੇ ਆ, ਪਿਛੇਤਰ ਵਕ੍ਰੋਕਤੀ ਆਖਦੇ ਆ, ਫਿਰ ਅਸੀਂ ਵਾਕ ਵਕ੍ਰੋਕਤੀ ਕਹਿੰਦੇ ਆ, ਫਿਰ ਅਸੀਂ ਪ੍ਰਕਰਨ ਵਕ੍ਰੋਕਤੀ ਕਹਿੰਦੇ ਆ, ਫਿਰ ਅਸੀਂ ਪ੍ਰਬੰਧ ਵਕ੍ਰੋਕਤੀ ਕਹਿੰਦੇ ਆ। ਬੁਨਿਆਦੀ ਤੌਰ ਤੇ ਅਸੀਂ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਜਿਹਨੂੰ ਅਸੀਂ ਵਰਨ ਆਖਦੇ ਹਾਂ, ਵਰਨ ਤੋਂ ਸ਼ੁਰੂ ਹੋ ਕੇ ਭਾਸ਼ਾ ਦੇ ਵਿੱਚ ਪੇਸ਼ ਕੀਤੇ ਜਾਣ ਵਾਲੇ ਵਿਚਾਰਾਂ ਦਾ ਵੱਡੇ ਤੋਂ ਵੱਡਾ ਫੈਲਾਓ ਜਿਹਨੂੰ ਅਸੀਂ ਮਹਾਕਾਵਿ ਕਹਿੰਦੇ ਹਾਂ,
ਵਰਨ ਤੋਂ ਮਹਾਕਾਵ ਤੱਕ ਹੂੰ ਸ਼ਬਦਾਂ ਦੇ ਵਰਤਨ ਦੀ, ਸ਼ਬਦਾਂ ਤੇ ਅਰਥਾਂ ਦੇ ਸਹਿ ਸੰਬੰਧਾਂ ਦੀ ਜਿਹੜੀ ਪ੍ਰਕਿਰਿਆ ਹੈ, ਹੂੰ ਉਹ ਸਾਰੇ ਦਾ ਸਾਰਾ ਸਾਹਿਤ ਹੈ ਜਿਹੜਾ, ਹੂੰ ਉਸ ਨੂੰ ਵੱਖ-ਵੱਖ ਖੰਡਾਂ ਦੇ ਵਿੱਚ ਵਕਰੋਕਤੀ ਰਾਹੀਂ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੂੰ ਕੁੰਤਕ ਨੇ ਇਹਨਾਂ ਸਾਰੇ ਖੰਡਾਂ ਬਾਰੇ ਅਲੱਗ-ਅਲੱਗ ਕਰਕੇ ਬਹੁਤ ਹੀ ਬਰੀਕੀ ਦੇ ਨਾਲ ਇਹਨਾਂ ਦਾ ਜਿਹੜਾ ਵਿਸਤਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਜੀ। ਤੇ ਸਰ ਫਿਰ ਇਹਨਾਂ ਭੇਦਾਂ ਦਾ, ਜਿਵੇਂ ਤੁਸੀਂ ਕਿਹਾ ਕੁੰਤਕ ਹੋਰਾਂ ਨੇ ਇਸ ਨੂੰ ਵੱਖਰਾ ਵੱਖਰਾ ਕਰਕੇ ਦਿੱਤਾ, ਤੇ ਫਿਰ ਸਾਨੂੰ ਤੁਸੀਂ ਵੀ ਸਰ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ, ਜਿਵੇਂ ਤੁਸੀਂ ਵਰਨ ਦੇ ਬਾਰੇ ਗੱਲ ਕੀਤੀ ਹੈ, ਤੇ ਵਰਨ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਦੇਖੋ, ਸਭ ਤੋਂ ਪਹਿਲਾਂ ਅਸੀਂ ਜੇ ਗੱਲ ਕਰੀਏ ਵਰਨ, ਅਸੀਂ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਮੰਨਦੇ ਹਾਂ। ਹੂੰ ਕੋਈ ਵੀ ਧੁਨੀ ਜਿਸ ਨੂੰ ਅਸੀਂ ਉਚਾਰਦੇ ਹਾਂ, ਜਦੋਂ ਉਸ ਨੂੰ ਅੱਖਰ ਚਿੰਨ੍ਹ ਰਾਹੀਂ ਲਿਪਿਆਂਤ ਕੀਤਾ ਜਾਂਦਾ ਹੈ, ਉਹਦਾ ਚਿੰਨ੍ਹ ਬਣਾਇਆ ਜਾਂਦਾ ਹੈ। ਹੂੰ ਫਰਜ਼ ਕਰ ਲਓ ਊ ਆ ਈ, ਇਹ ਸਾਡੇ ਸਾਰੇ ਵਰਨ ਹੈ। ਹੂੰ ਇਸੇ ਕਰਕੇ 35 ਅੱਖਰੀ ਨੂੰ ਅਸੀਂ ਵਰਨਮਾਲਾ ਵੀ ਆਖਦੇ ਹਾਂ। ਹੂੰ ਜਿਹੜੀ ਵਰਨਮਾਲਾ ਦਾ ਹਰ ਇੱਕ ਅੱਖਰ ਹੈ, ਹੂੰ ਉਹ ਇੱਕ ਵਰਨ ਹੁੰਦਾ ਹੈ, ਹੂੰ ਤੇ ਉਹਨਾਂ ਵਰਨਾਂ ਨੂੰ ਜਦੋਂ ਸਾਰਥਕ ਰੂਪ ਦੇ ਵਿੱਚ ਜੋੜਦੇ ਹਾਂ ਤਾਂ ਸ਼ਬਦ ਬਣਦਾ ਹੈ। ਹੂੰ ਕਈ ਵਾਰ ਜਿਹੜਾ ਵਰਨ ਹੈ, ਇੱਕ ਵਰਨ ਹੈ ਜਿਹੜਾ, ਹੂੰ ਜਾਂ ਦੋ ਵਰਨਾਂ ਨੂੰ ਜੋੜ ਕੇ ਹੂੰ ਉਹਦੇ ਨਾਲ ਕੀ ਹੁੰਦਾ ਹੈ, ਜਾਂ ਤਿੰਨ ਵਰਨਾਂ ਨੂੰ ਵੀ ਜੋੜ ਕੇ ਹੂੰ ਰਚਨਾ ਦੇ ਵਿੱਚ ਜਾਂ ਸਾਹਿਤ ਦੇ ਵਿੱਚ ਵੱਖਰੀ ਕਿਸਮ ਦੇ ਅਰਥ ਹੈ ਜਿਹੜੇ, ਹੂੰ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੂੰ ਜਦੋਂ ਦੋ ਵਰਨਾਂ ਨਾਲ ਹੂੰ ਕਿਸੇ ਰਚਨਾ ਦੇ ਵਿੱਚ, ਜਾਂ ਇੱਕ ਵਰਨ ਨਾਲ ਹੂੰ ਕਿਸੇ ਰਚਨਾ ਦੇ ਵਿੱਚ, ਜਾਂ ਤਿੰਨ ਵਰਨਾਂ ਨਾਲ ਕਿਸੇ ਰਚਨਾ ਦੇ ਵਿੱਚ, ਉਹਦੇ ਦੁਹਰਾਓ ਨਾਲ, ਉਹਦੇ ਅਟਕਾਓ ਨਾਲ ਹੂੰ ਕਿਸੇ ਰਚਨਾ ਦੀ ਖੂਬਸੂਰਤੀ ਸਾਹਮਣੇ ਆਉਂਦੀ ਹੈ, ਹੂੰ ਕਿਸੇ ਰਚਨਾ ਦੇ ਅਰਥ ਵਧੇਰੇ ਸਪਸ਼ਟ ਹੁੰਦੇ ਹੈ, ਹੂੰ ਉਸ ਨੂੰ ਅਸੀਂ ਇਹ ਕਹਿੰਦੇ ਆ ਕਿ ਉਹ ਸਾਡੀ ਵਰਨ ਵਕਰਤਾ ਦੇ ਅੰਤਰਗਤ ਰੱਖ ਕੇ ਅਸੀਂ ਸਾਹਿਤ ਦਾ ਉਹਨੂੰ ਭੇਦ ਮੰਨਦੇ ਹਾਂ। ਹੂੰ ਤੁਸੀਂ ਦੇਖਿਆ ਹੋਣਾ, ਬਹੁਤ ਸਾਰੇ ਗੀਤਕਾਰ, ਬਹੁਤ ਸਾਰੇ ਗਜ਼ਲਕਾਰ ਹੂੰ ਜਦੋਂ ਆਪਣੀ ਰਚਨਾ ਦੇ ਵਿੱਚ ਇੱਕ ਵਰਨ ਜਾਂ ਦੋ ਵਰਨੀ ਸ਼ਬਦ ਬਣਦਾ, ਇੱਕ ਵਰਨ ਨਾਲ ਤਾਂ ਸ਼ਬਦ ਨਹੀਂ ਬਣਦਾ, ਹੂੰ ਉਹ ਜਾਂ ਉਹਦੇ ਨਾਲ ਸ਼ਬਦ ਵਰਨ ਦੇ ਨਾਲ ਮਾਤਰਾਵਾਂ ਲਾ ਕੇ ਆਵਾਜ਼ ਉਸ ਦੀ ਉਸ ਪ੍ਰਕਾਰ ਦਿੱਤੀ ਜਾ ਸਕਦੀ ਹੈ। ਹੂੰ ਇੱਕ, ਦੋ ਜਾਂ ਤਿੰਨ ਵਰਨਾਂ ਦੇ ਨਾਲ, ਉਹਨਾਂ ਦੇ ਦੁਹਰਾਓ ਨਾਲ, ਅਟਕਾਓ ਨਾਲ, ਹੂੰ ਦੁਬਾਰਾ ਵਰਤੋਂ ਨਾਲ, ਹੂੰ ਇਸ ਕਿਸਮ ਦਾ ਜਿਹੜਾ ਆਧਾਰ ਹੈ, ਉਸ ਨੂੰ ਅਸੀਂ ਵਕਰੋਕਤੀ ਦਾ ਪਹਿਲਾ ਆਧਾਰ ਮੰਨਦੇ ਹਾਂ, ਜਾਂ ਪਹਿਲਾ ਭੇਦ ਮੰਨਦੇ ਹਾਂ ਸਾਹਿਤ ਨੂੰ ਸਮਝਣ ਦਾ। ਜੀ। ਤੇ ਸਰ ਵਰਨਾਂ ਨੂੰ ਜੋੜ ਕੇ ਸ਼ਬਦ ਬਣਦਾ ਜੀ, ਤੇ ਸ਼ਬਦ ਨੂੰ ਵਕਰੋਕਤੀ ਦੇ ਵਿੱਚ ਇੱਕ ਆਪਣੇ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ, ਤੇ ਉਵੇਂ ਫਿਰ ਜਿਹੜਾ ਸ਼ਬਦ ਆ, ਜਦੋਂ ਸ਼ਬਦ ਬਣ ਜਾਂਦਾ, ਤੇ ਕੀ ਇਸ ਨੂੰ ਵੀ ਵਰਤਣ ਦੇ ਵੱਖ-ਵੱਖ ਢੰਗ ਆ ਜੀ? ਬਿਲਕੁਲ ਬਿਲਕੁਲ। ਜਿਹੜਾ ਸ਼ਬਦ ਹੈ, ਬੁਨਿਆਦੀ ਤੌਰ ਤੇ ਸਾਹਿਤ ਹੈ ਜਿਹੜਾ, ਇਹਦਾ ਮਾਧਿਅਮ ਸ਼ਬਦ ਹੈ। ਹੂੰ ਜਿਵੇਂ ਕਲਾ ਦਾ ਮਾਧਿਅਮ ਰੰਗ ਹੈ, ਸੰਗੀਤ ਦਾ ਮਾਧਿਅਮ ਸਰਗਮ ਹੈ ਜਾਂ ਧੁਨ ਹੈ, ਹੂੰ ਇਸੇ ਪ੍ਰਕਾਰ ਸਾਹਿਤ ਦਾ ਮਾਧਿਅਮ ਸ਼ਬਦ ਹੈ। ਹੂੰ ਜਿੰਨੇ ਵੀ ਸਾਡੀ ਬਾਕੀ ਸੰਪਰਦਾਵਾਂ ਵੀ ਹੈ, ਹੂੰ ਉਹ ਵੀ ਕਿਤੇ ਨਾ ਕਿਤੇ ਕੇਂਦਰ ਦੇ ਵਿੱਚ ਸ਼ਬਦ ਨੂੰ ਰੱਖ ਕੇ ਹੀ ਚੱਲਦੀਆਂ। ਹੂੰ ਇਸੇ ਕਰਕੇ ਹਰ ਜਿਹੜਾ ਸੰਪਰਦਾਇਕਾਰ ਹੈ, ਉਹ ਆਪਣੀ ਸੰਪਰਦਾਇ ਨੂੰ ਕਾਵਿ ਦੀ ਆਤਮਾ ਕਹਿੰਦਾ ਹੈ। ਹੂੰ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੀ ਸੰਪਰਦਾ ਦਾ ਆਧਾਰ ਹੈ ਜਿਹੜਾ, ਹੂੰ ਰਚਨਾ ਦੇ ਅਰਥਾਂ ਤੱਕ ਪਹੁੰਚਣ ਦਾ ਸਭ ਤੋਂ ਬਾਰੀਕੀ ਵਾਲਾ ਹੈ। ਹੂੰ ਜਿਹੜਾ ਸ਼ਬਦ ਹੈ, ਉਹ ਸਾਹਿਤ ਦਾ ਮੂਲ ਹੈ। ਹੂੰ ਸ਼ਬਦ ਦੇ ਵਿੱਚ ਬਹੁਤ ਸਾਰੀਆਂ, ਅੱਗੇ ਇਹਨਾਂ ਨੇ ਜਿਹੜਾ ਕੁੰਤਕ ਹੈ, ਉਹਨੇ ਸ਼ਬਦ ਦੀ ਵੰਡ ਕੀਤੀ ਹੈ, ਹੂੰ ਸ਼ਬਦ ਦੀ ਰੂੜੀਆਂ ਦੀ, ਹੂੰ ਸ਼ਬਦ ਦੇ ਪਰਾਇਵਾਚੀ ਸਮਾਨਾਰਥਕ ਸ਼ਬਦ, ਹੂੰ ਸ਼ਬਦ ਦੇ ਉਪਚਾਰ ਦੀ, ਸ਼ਬਦ ਦੇ ਵਿਸ਼ਲੇਸ਼ਣ ਦੀ, ਹੂੰ ਸੰਸਕ੍ਰਿਤੀ ਦੀ, ਵ੍ਰਿਤੀ ਦੀ, ਲਿੰਗ ਦੀ, ਕਿਰਿਆ ਦੀ, ਇਹ ਸਾਰੇ ਵਿਆਕਰਨਕ ਭੇਦ ਆ ਜਿਹੜੇ ਸ਼ਬਦ ਦੇ। ਹੂੰ ਇਹਨਾਂ ਨੂੰ ਜਦੋਂ ਵਰਤੋਂ ਦੇ ਵਿੱਚ ਲੈ ਕੇ ਆਉਣੇ ਆ ਅਸੀਂ ਕਿਸੇ ਰਚਨਾ ਦੇ ਵਿੱਚ, ਤਾਂ ਉਹਦੇ ਨਾਲ ਰਚਨਾ ਦੇ ਅਰਥਾਂ ਦਾ ਵੱਖਰੀ ਕਿਸਮ ਦਾ ਸੰਚਾਰ ਹੁੰਦਾ ਹੈ। ਹੂੰ ਤਾਂ ਵਕਰੋਕਤੀ ਦੇ ਰਚਨਾਕਾਰ ਕੁੰਤਕ ਕਹਿੰਦੇ ਹੈ ਹੂੰ ਕਿ ਇਹ ਅਰਥ ਨੂੰ ਨਵੇਂ ਰੂਪ ਦੇ ਵਿੱਚ ਪੇਸ਼ ਕਰਨ ਦੀ ਪ੍ਰਕਿਰਿਆ ਹੁੰਦਾ ਹੈ। ਹੂੰ ਇਸ ਕਰਕੇ ਜਦੋਂ ਕਿਸੇ ਸ਼ਬਦ ਦੀ ਵਰਤੋਂ ਨਾਲ ਹੂੰ ਰਚਨਾ ਦੇ ਵਿੱਚ ਨਵੇਂ ਅਰਥ ਆਉਣ, ਹੂੰ ਇਹਦੇ ਬਾਰੇ ਸਾਡੇ ਕੋਲੇ ਸਭ ਤੋਂ ਖੂਬਸੂਰਤ ਉਦਾਹਰਨ ਜਿਹੜੀ ਹੈਗੀ ਆ, ਉਹ ਜਪਜੀ ਸਾਹਿਬ ਦੀ ਮਿਲ ਸਕਦੀ ਹੈ। ਹੂੰ ਜਪਜੀ ਸਾਹਿਬ ਦੀਆਂ ਬਹੁਤ ਸਾਰੀਆਂ ਪੌੜੀਆਂ ਦੇ ਵਿੱਚ ਹੂੰ ਇੱਕ ਵਿਸ਼ੇਸ਼ ਸ਼ਬਦ ਨੂੰ ਆਧਾਰ ਬਣਾ ਕੇ ਲੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਹੂੰ ਅਰਥਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੂੰ ਜਿਵੇਂ ਉਹਦੇ ਵਿੱਚ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਹੂੰ ਜਾਂ ਮੰਨੇ ਵਾਲੀ ਪੌੜੀ ਆਉਂਦੀ ਹੈ, ਹੂੰ ਸੁਣੀਏ ਵਾਲੀ ਆਉਂਦੀ ਹੈ, ਸੁਣੀਏ ਸਿੱਧ ਪੀਰ ਸੁਰਨਾਥ, ਸੁਣੀਏ ਧਰਤਵ ਆਕਾਸ਼। ਹੂੰ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਜਿਹੜੇ ਬਹੁਤ ਸਾਰੀਆਂ ਪੌੜੀਆਂ ਦੇ ਵਿੱਚ ਹੂੰ ਅਰਥਾਂ ਨੂੰ ਸਪਸ਼ਟ ਕਰਨ ਵਾਸਤੇ, ਅਰਥਾਂ ਨੂੰ ਵੱਖਰੇ ਅੰਦਾਜ਼ ਦੇ ਵਿੱਚ ਆਪਣੇ ਪਾਠਕਾਂ ਤੱਕ ਲੈ ਕੇ ਜਾਣ ਵਾਸਤੇ, ਸਰੋਤਿਆਂ ਤੱਕ ਲੈ ਕੇ ਜਾਣ ਵਾਸਤੇ, ਹੂੰ ਸ਼ਬਦਾਂ ਦੇ ਵਿੱਚ ਰਾਗਾਤਮਕਤਾ ਭਰਨ ਵਾਸਤੇ, ਹੂੰ ਜਿਹੜੀ ਸ਼ਬਦਾਂ ਦੇ ਇਸ ਕਿਸਮ ਦੇ ਰੂਪ ਦੇ ਵਿੱਚ ਜਦੋਂ ਉਸਦੀ ਵਰਤੋਂ ਕਰਦੇ ਆ, ਤਾਂ ਵਿਕਰੋਕਤੀ ਸੰਪਰਦਾਇ ਵਾਲੇ ਕਹਿੰਦੇ ਆ ਹੂੰ ਉਹਦੇ ਵਿਸ਼ਲੇਸ਼ਣ ਸਮੇਂ ਜਦੋਂ ਇਹਨੂੰ ਆਧਾਰ ਬਣਾਇਆ ਜਾਂਦਾ ਤਾਂ ਉਹਨੂੰ ਵਿਕਰੋਕਤੀ ਰਾਹੀਂ ਸਮਝਿਆ ਜਾ ਸਕਦਾ। ਜੀ।
ਸ਼ਬਦਾਂ ਦੇ ਵਿੱਚ ਸਰ ਪਿਛੇਤਰ ਦਾ ਵੀ ਮਹੱਤਵ ਆ ਜੀ ਆਪਣੇ ਆਪ ਦੇ ਵਿੱਚ, ਬਿਲਕੁਲ, ਤੇ ਬਿਲਕੁਲ। ਪਿਛੇਤਰ ਦਾ ਜਿਹੜਾ ਜਦੋਂ ਆਪਾਂ ਇਹਦੀ ਭੇਦ ਦੀ ਗੱਲ ਕਰਦੇ ਤੇ ਪਿਛੇਤਰ ਵੀ ਉਸ ਭੇਦ ਦੇ ਵਿੱਚ ਆਉਂਦਾ, ਤੇ ਫਿਰ ਪਿਛੇਤਰ ਦੇ ਬਾਰੇ ਇਸ ਨੂੰ ਵਕਰੋਕਤੀ ਦੇ ਰਾਹੀਂ ਉਹਦਾ ਵੀ ਸਮਝਣ ਦਾ ਸਾਨੂੰ ਢੰਗ ਦੱਸੋ। ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਜਿਹੜਾ ਸਾਡੇ ਕੋਲੇ ਸ਼ਬਦ ਹੈ, ਸ਼ਬਦਾਂ ਨੂੰ ਮੂਲ ਤੌਰ ਤੇ ਵਿਆਕਰਨਕ ਤੌਰ ਤੇ ਜਦੋਂ ਅਸੀਂ ਬਹੁ ਅਰਥੀ ਰੂਪ ਦੇ ਵਿੱਚ ਵਰਤਦੇ ਹਾਂ ਤਾਂ ਉਹਦੇ ਲਈ ਅਸੀਂ ਅਗੇਤਰ ਜਾਂ ਪਿਛੇਤਰ ਵਰਤਦੇ ਹਾਂ। ਹੂੰ ਬਹੁਤ ਸਾਰੇ ਸ਼ਬਦ ਆ ਸਾਡੇ ਜਿਨ੍ਹਾਂ ਦੇ ਵਿੱਚ ਅਸੀਂ ਦੂਸਰੀ ਭਾਸ਼ਾ ਦੇ ਪਿਛੇਤਰ ਵੀ ਲਗਾਉਣੇ ਆ ਜਾਂ ਅਗੇਤਰ ਵੀ ਲਾਉਣੇ ਆ। ਹੂੰ ਉਹਦੇ ਵਿੱਚ ਜਦੋਂ ਕਿਸੇ ਸ਼ਬਦ ਦੇ ਵਿੱਚ ਹੂੰ ਅਸੀਂ ਮਤਲਬ ਇਸ ਕਿਸਮ ਦੇ ਸ਼ਬਦਾਂ ਦਾ ਸੰਯੋਗ ਕਰ ਦਿੰਦੇ ਆ ਜਿਹਦੇ ਨਾਲ ਉਹਦੇ ਅਰਥ ਬਦਲ ਜਾਣ, ਉਹਦੇ ਅਰਥ ਹਾਂ-ਵਾਚੀ ਹੋ ਜਾਣ, ਉਹਦੇ ਅਰਥ ਨਾ-ਵਾਚੀ ਹੋ ਜਾਣ, ਉਹ ਸਾਰੇ ਦੇ ਸਾਰੇ ਜਿਹੜੇ ਅਰਥ ਸੰਚਾਰ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਵਾਲੇ ਪਿਛੇਤਰ ਹੁੰਦੇ ਆ, ਉਹਨਾਂ ਨੂੰ ਵਕਰੋਕਤੀ ਦੇ ਵਿੱਚ ਵੱਖਰਾ ਸਥਾਨ ਦਿੱਤਾ ਗਿਆ। ਜਿਸ ਤਰੀਕੇ ਨਾਲ ਜੇ ਚੰਡੀ ਦੀ ਵਾਰ ਨੂੰ ਧਿਆਨ ਨਾਲ ਪੜ੍ਹਿਆ ਜਾਵੇ ਤਾਂ ਉਸ ਦੇ ਵਿੱਚ ਜਿਹੜੇ ਸ਼ਬਦ ਹੈ ਉਹ ਬਹੁਤ ਹੀ ਮਹੱਤਵਪੂਰਨ ਤਰੀਕੇ ਦੇ ਵਿੱਚ ਪੇਸ਼ ਹੋਏ ਸਾਨੂੰ ਮਿਲਦੇ ਆ। ਉਹਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਥਾਵਾਂ ਤੇ ਜਿਹੜੇ ਫਾਰਸੀ ਸ਼ਬਦਾਂ ਦੇ ਪਿਛੇਤਰ ਵਰਤੇ ਹੋਏ ਆ, ਸੰਸਕ੍ਰਿਤ ਸ਼ਬਦਾਂ ਦੇ ਪਿਛੇਤਰ ਵਰਤੇ ਹੋਏ ਆ। ਇਸ ਕਰਕੇ ਦੋ ਸ਼ਬਦਾਂ ਦੀ ਸੰਧੀ ਕਰਕੇ ਉਸ ਦੇ ਵਿੱਚ ਕਿਸੇ ਵੱਖਰੀ ਭਾਸ਼ਾ ਦਾ ਪਿਛੇਤਰ ਵਰਤ ਕੇ ਜਦੋਂ ਅਸੀਂ ਉਸ ਸ਼ਬਦ ਦੇ ਅਰਥ ਨੂੰ ਨਵਾਂ ਨਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਦੇ ਨਾਲ ਅਸੀਂ ਇਹ ਕਹਿੰਦੇ ਆ ਕਿ ਜਿਹੜੀ ਉਸ ਸ਼ਬਦ ਦੀ ਅਰਥ ਸਮਰੱਥਾ ਹੈ ਉਹ ਵੱਧ ਜਾਂਦੀ ਹੈ। ਜੀ ਸਰ, ਵੈਸੇ ਵੀ ਜਦੋਂ ਆਪਾਂ ਵਿਆਕਰਨ ਨੂੰ ਵੀ ਸਮਝਣਾ ਤਾਂ ਉਸ ਦੇ ਵਿੱਚ ਪਹਿਲੇ ਨੰਬਰ ਤੇ ਧੁਨੀ ਆ, ਦੂਸਰੇ ਤੇ ਸ਼ਬਦ ਆ, ਫਿਰ ਵਾਕ ਆ, ਤੇ ਇਸ ਦੇ ਵਿੱਚ ਵਾਕ ਦਾ ਭੇਦ ਕੁੰਤਕ ਹੋਰਾਂ ਨੇ ਵੀ ਆਪਣੇ ਇਸ ਦੇ ਵਿੱਚ ਦਿੱਤਾ ਬਿਲਕੁਲ ਦਿੱਤਾ। ਬਿਲਕੁਲ। ਤੇ ਉਹ ਵਾਕ ਨੂੰ ਫਿਰ ਕਿਸ ਤਰ੍ਹਾਂ ਸਮਝੀਏ ਜੀ? ਦੇਖੋ, ਆਪਾਂ ਪਹਿਲਾਂ ਹੀ ਗੱਲ ਕਰੀ ਸੀ ਕਿ ਜਿਹੜੀ ਕੁੰਤਕ ਦਾ ਸਿਧਾਂਤ ਹੈ ਉਹ ਵਰਨ ਤੋਂ ਪ੍ਰਬੰਧ ਤੱਕ, ਮਹਾਕਾਵ ਤੱਕ, ਉੱਥੇ ਤੱਕ ਜਾਂਦਾ ਹੈ। ਇਸ ਕਰਕੇ ਉਹਨਾਂ ਨੇ ਹਰ ਸਟੇਜ ਦੇ ਉੱਪਰ ਕੱਲੇ ਵਰਨ ਦੀ ਵਰਤੋਂ ਦੀ ਆਪਾਂ ਗੱਲ ਕੀਤੀ, ਸ਼ਬਦ ਦੀ ਵਰਤੋਂ ਕੀਤੀ। ਸ਼ਬਦ ਤੋਂ ਬਾਅਦ ਅਗਲੀ ਇਕਾਈ ਹੈ ਜਿਹੜੀ ਸਾਡੇ ਕੋਲੇ ਉਹ ਵਾਕ ਦੀ ਆ ਜਾਂਦੀ ਹੈ, ਕਿਉਂਕਿ ਸ਼ਬਦਾਂ ਦਾ ਜਦੋਂ ਵਿਆਕਰਨਕ ਰੂਪ ਦੇ ਵਿੱਚ ਪ੍ਰਯੋਗ ਕਰਦੇ ਹਾਂ ਤਾਂ ਉਹ ਸ਼ਬਦਾਂ ਨੂੰ ਦੋ ਹਿੱਸਿਆਂ ਵਿੱਚ ਉਹਨਾਂ ਨੇ ਦੇਖਿਆ, ਇੱਕ ਸਧਾਰਨ ਸ਼ਬਦ, ਇੱਕ ਪਿਛੇਤਰ ਵਾਲੇ ਸ਼ਬਦ, ਤੇ ਚੌਥੇ ਹਿੱਸੇ ਤੇ ਉਹ ਕਹਿੰਦੇ ਹੈ ਕਿ ਜਦੋਂ ਸਾਡੇ ਕੋਲੇ ਸ਼ਬਦ ਆ ਜਾਂਦਾ ਤਾਂ ਸ਼ਬਦ ਦੀ ਅਗਲੀ ਜਿਹੜੀ ਭਾਸ਼ਾ ਦੀ ਵੱਡੀ ਇਕਾਈ ਬਣਦੀ ਹੈ ਉਹ ਪੂਰਾ ਵਾਕ ਬਣਦਾ ਜਿਹੜਾ ਅਰਥ ਨੂੰ ਸਪਸ਼ਟ ਕਰਦਾ ਹੈ। ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਸ਼ਬਦ ਜਾਂ ਸ਼ਬਦ ਦੇ ਪਿੱਛੇ ਲੱਗਿਆ ਹੋਇਆ ਪਿਛੇਤਰ ਪੂਰੇ ਦੇ ਪੂਰੇ ਮੁਹਾਵਰੇ ਨੂੰ, ਵਾਕ ਨੂੰ, ਭਾਵ ਨੂੰ ਸਪਸ਼ਟ ਨਹੀਂ ਕਰਦਾ। ਜਦੋਂ ਅਸੀਂ ਪੂਰੇ ਦਾ ਪੂਰਾ ਸੈਂਟੈਂਸ, ਪੂਰੇ ਦਾ ਪੂਰਾ ਸ਼ਬਦ ਸੁਣਦੇ ਹਾਂ ਤਾਂ ਉਹਦੇ ਨਾਲ ਸ਼ਬਦ ਦਾ ਜਿਹੜਾ ਅਰਥ ਹੈ ਉਹ ਵਾਕ ਦੇ ਵਿੱਚ ਵਰਤ ਕੇ ਸਪਸ਼ਟ ਹੋ ਜਾਂਦਾ ਹੈ। ਉਦਾਹਰਨ ਵਜੋਂ ਕਈ ਵਾਰੀ ਵਾਕ ਦੇ ਵਿੱਚ ਸ਼ਬਦ ਹੈ ਜਿਹੜੇ ਉਹ ਹੋਰ ਰੂਪ ਦੇ ਵਿੱਚ ਪੇਸ਼ ਕੀਤੇ ਜਾਂਦੇ ਹੈ, ਉਹਦਾ ਅਰਥ ਸੰਚਾਰ ਵਾਕ ਬਣਨ ਤੋਂ ਬਾਅਦ ਹੋਰ ਚੀਜ਼ ਦੇ ਵਿੱਚ ਪੇਸ਼ ਹੋਇਆ ਮਿਲਦਾ ਹੈ। ਜਿਵੇਂ ਮੈਂ ਤੁਹਾਨੂੰ ਦੋ ਪੰਕਤੀਆਂ ਸੁਣਾਉਣਾ ਹੈ। ਤੰਗ ਆਏ ਹੋਏ ਫੁੱਲ ਤੇ ਸਤਾਈਆਂ ਹੋਈਆਂ ਲਗਰਾਂ, ਲਾ ਦੇਣਗੇ ਦਸਤਾਰ ਮਾਲੀ ਦੀ ਇੱਕ ਦਿਨ। ਇਹ ਜਿਹੜੀਆਂ ਪੰਕਤੀਆਂ, ਇਹਨਾਂ ਪੰਕਤੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਕਵਿਤਾ ਦੇ ਪੂਰੇ ਸੰਦਰਭ ਦੇ ਵਿੱਚ ਵਰਤਿਆ ਗਿਆ, ਪਰੰਤੂ ਕਿਤੇ ਵੀ ਇਸ ਕਿਸਮ ਦਾ ਸ਼ਬਦ ਜਾਂ ਰੈਫਰੈਂਸ ਨਹੀਂ ਆਇਆ। ਇਸ ਪ੍ਰਕਾਰ ਜਦੋਂ ਸ਼ਬਦ ਦੇ ਵਿੱਚ ਅਰਥ ਦੀ ਡੂੰਘਾਈ ਕਿਤੇ ਹੋਰ ਪਈ ਹੋਵੇ, ਅਰਥ ਨੂੰ ਕਿਸੇ ਹੋਰ ਰੂਪ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਆਮ ਕਰਕੇ ਸਾਡੇ ਕਵੀ ਹੈ ਜਿਹੜੇ ਇਸ ਰੂਪ ਦੇ ਵਿੱਚ ਆਪਣੀ ਗੱਲ ਕਹਿੰਦੇ ਹੈ, ਤਾਂ ਕਿ ਜਦੋਂ ਅਸੀਂ ਪੂਰਾ ਵਾਕ ਦੇਖਦੇ ਹਾਂ ਤਾਂ ਵਾਕ ਦੇ ਵਿੱਚੋਂ ਅਰਥ ਸੰਚਾਰ ਹੈ ਜਿਹੜਾ ਉਹ ਸਹਿਜ ਅਰਥ ਤੋਂ ਅੱਗੇ ਚਲਾ ਜਾਂਦਾ ਹੈ। ਉਹਦਾ ਅਰਥ ਉਹ ਨਹੀਂ ਰਹਿੰਦਾ ਜਿਹੜਾ ਸਧਾਰਨ ਡਿਕਸ਼ਨਰੀ ਅਰਥ ਰਹਿ ਜਾਂਦਾ। ਉਸ ਕਿਸਮ ਦੇ ਸ਼ਬਦ ਪ੍ਰਬੰਧ ਨੂੰ ਸਮਝਣ ਵਾਸਤੇ ਅਸੀਂ ਉੱਥੇ ਕਹਿੰਦੇ ਆ ਕਿ ਵਕਰੋਕਤੀ ਸਾਡੀ ਸਹਾਇਤਾ ਕਰਦੀ ਹੈ। ਜਿਵੇਂ ਕਈ ਵਾਰ ਗੱਲਬਾਤ ਦੇ ਵਿੱਚ ਵੀ ਕੋਈ ਵਿਅਕਤੀ ਕਹਿੰਦਾ ਹੈ ਕਿ ਮੇਰੇ ਸ਼ਬਦਾਂ ਤੇ ਨਾ ਜਾਇਓ, ਮੇਰੇ ਕਹਿਣ ਦਾ ਮਤਲਬ ਆ ਸੀ, ਮੇਰਾ ਭਾਵ ਆ ਸੀ। ਉਸ ਤਰੀਕੇ ਨਾਲ ਜਦੋਂ ਭਾਵ ਬਦਲਦਾ ਹੈ ਵਾਕ ਦੇ ਵਿੱਚ, ਜਾਂ ਕਹਿਣ ਦੇ ਅਰਥ ਬਦਲਦੇ ਹੈ, ਜਾਂ ਕਈ ਵਾਰੀ ਪੂਰੇ ਵਾਕ ਦੇ ਵਿੱਚ ਕਹੇ ਹੋਏ ਅਰਥ ਹੈ ਜਿਹੜੇ ਸਹਿਜ ਅਰਥ ਤੋਂ ਬਹੁਤ ਅੱਗੇ ਚਲੇ ਜਾਂਦੇ ਹੈ, ਇਹ ਸਾਰਾ ਕੁਝ ਸਮਝਣ ਵਾਸਤੇ ਸਾਨੂੰ ਭਾਰਤੀ ਕਾਵਿ ਸ਼ਾਸਤਰ ਨੇ ਜਿਹੜਾ ਵਿਧਾਨ ਦਿੱਤਾ ਹੈ, ਕੁੰਤਕ ਦਾ ਜਿਹੜਾ ਸਿਧਾਂਤ ਹੈ, ਉਹ ਜਿਹਨੂੰ ਅਸੀਂ ਵਾਕ ਵਕਰਤਾ ਕਹਿੰਦੇ ਆ, ਉਹਦੇ ਰਾਹੀਂ ਅਸੀਂ ਇਹਨੂੰ ਸਪਸ਼ਟ ਤੌਰ ਤੇ ਜਾਣ ਸਕਦੇ ਹਾਂ, ਸਪਸ਼ਟ ਤੌਰ ਤੇ ਸਮਝ ਸਕਦੇ ਹਾਂ ਜੀ। ਤੇ ਸਰ, ਇਹਨਾਂ ਭੇਦਾਂ ਦੇ ਵਿੱਚ ਪ੍ਰਕਰਨ ਨੂੰ ਕਿਵੇਂ ਸਮਝੀਏ ਜੀ? ਦੇਖੋ, ਜਿਹੜਾ ਪ੍ਰਕਰਨ ਹੈ, ਜਦੋਂ ਅਸੀਂ ਵਾਕਾਂ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਸਾਡੇ ਕੋਲੇ ਕੋਈ ਵੀ ਰਚਨਾ ਅਸੀਂ ਤਿਆਰ ਕਰਦੇ ਹਾਂ,
ਉਦਾਹਰਨ ਦੇ ਵਜੋਂ ਅਸੀਂ ਕੋਈ ਬਿਰਤਾਂਤ ਲੈਂਦੇ ਆ, ਹੂੰ ਹਰ ਬਿਰਤਾਂਤ ਦੇ ਵਿੱਚ ਛੋਟੇ ਛੋਟੇ ਪ੍ਰਕਰਨ ਜਾਂ ਹਿੱਸੇ ਜਾਂ ਖੰਡ ਹੁੰਦੇ ਆ। ਹੂੰ ਜਿਵੇਂ ਸਾਡੇ ਕੋਲੇ ਪੰਚਤੰਤਰ ਦੀਆਂ ਕਹਾਣੀਆਂ, ਹੂੰ ਛੋਟੇ ਛੋਟੇ ਪ੍ਰਕਰਨ ਉਸਾਰੇ ਗਏ ਹੈ। ਹੂੰ ਮਹਾਭਾਰਤ ਹੈ, ਰਮਾਇਣ ਹੈ, ਹੂੰ ਉਹਦੇ ਵਿੱਚ ਅੱਗਿਓਂ ਛੋਟੇ ਛੋਟੇ ਪ੍ਰਕਰਨ ਜਾਂ ਛੋਟੀਆਂ ਛੋਟੀਆਂ ਕਹਾਣੀਆਂ, ਹੂੰ ਕਿਤੇ ਸ਼੍ਰੀ ਰਾਮਚੰਦਰ ਨਾਲ ਸੰਬੰਧਿਤ ਹੈ, ਹੂੰ ਕਿਤੇ ਲక్ష్మణ ਨਾਲ ਸੰਬੰਧਿਤ ਹੈ, ਹੂੰ ਕਿਤੇ ਸੀਤਾ ਜੀ ਨਾਲ ਸੰਬੰਧਿਤ ਹੈ, ਹੂੰ ਕਿਤੇ ਰਾਵਣ ਨਾਲ ਸੰਬੰਧਿਤ ਹੈ। ਹੂੰ ਜੇ ਸਿੱਖ ਫਲਸਫੇ ਦੀ ਗੱਲ ਕਰੀਏ ਹੂੰ ਤਾਂ ਉੱਥੇ ਵੀ ਸਾਨੂੰ, ਜੇ ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ ਦੀ ਗੱਲ ਕਰਦੇ ਹਾਂ ਹੂੰ ਤਾਂ ਜਨਮ ਸਾਖੀਆਂ ਦੇ ਵਿੱਚੋਂ ਵੀ ਸਾਨੂੰ ਛੋਟੀਆਂ ਛੋਟੀਆਂ ਪੂਰੀ ਸਾਖੀ ਦੇ ਛੋਟੇ ਅੰਗ ਦੇ ਵਜੋਂ, ਪ੍ਰਕਰਨ ਦੇ ਵਜੋਂ ਛੋਟੀਆਂ ਸਾਖੀਆਂ ਵੀ ਮਿਲਦੀਆਂ। ਹੂੰ ਹਰ ਸਾਖੀ ਹੈ ਜਿਹੜੀ ਉਹ ਅਰਥ ਨੂੰ ਨਵਾਂ ਮੋੜ ਦਿੰਦੀ ਹੈ। ਹੂੰ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੇਖਦੇ ਹਾਂ, ਹੂੰ ਜਿਹੜੀ ਗੁਰੂ ਨਾਨਕ ਦੇਵ ਜੀ ਅਤੇ ਕਾਜੀ ਦੀ ਮੁਲਾਕਾਤ ਦੀ ਗੱਲ ਕਰਦੀ ਹੈ, ਹੂੰ ਜਿਹਦੇ ਵਿੱਚ ਇਹ ਵਿਖਿਆਨ ਆਉਂਦਾ ਹੈ ਕਿ ਲਗਾਤਾਰ ਕਾਜੀ ਦੀ ਜਿਹੜੀ ਬਿਰਤੀ ਹੈ ਉਖੜ ਰਹੀ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਕਿ ਆਪਾਂ ਕਥਾ ਨੂੰ ਅੱਜ ਅੱਗੇ ਨਹੀਂ ਲਿਜਾਵਾਂਗੇ, ਫਿਰ ਗੱਲ ਕਰਾਂਗੇ। ਕਾਜੀ ਜਦੋਂ ਪੁੱਛਦਾ ਕਿ ਅੱਜ ਗੱਲ ਕਿਉਂ ਨਹੀਂ ਕਰਨੀ, ਹੂੰ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਕਿ ਅੱਜ ਤੁਹਾਡੀ ਬਿਰਤੀ ਹੈ, ਜਿਹੜੀ ਹੂੰ ਤੁਹਾਡਾ ਅੱਜ ਜਿਹੜਾ ਧਿਆਨ ਹੈ ਹੂੰ ਉਹ ਉੱਠਿਆ ਹੋਇਆ ਹੈ, ਹੂੰ ਕਿਉਂਕਿ ਤੁਹਾਡਾ ਧਿਆਨ ਕਿਤੇ ਹੋਰ ਹੈ। ਕਾਜੀ ਕਹਿੰਦਾ ਹਾਂਜੀ, ਮੇਰੇ ਘਰੇ ਕੋਈ ਘੋੜੀ ਸੂਈ ਹੋਈ ਹੈ ਹੂੰ ਤੇ ਉਹਦੇ ਬੱਚੇ ਵੱਲ ਮੇਰਾ ਧਿਆਨ ਹੈ ਕਿ ਉਹ ਖੂਹੀ ਵਿੱਚ ਨਾ ਡਿੱਗ ਪਏ। ਹੂੰ ਇਹ ਇੱਕ ਛੋਟਾ ਪ੍ਰਕਰਨ ਹੈ ਹੂੰ ਪੂਰੀ ਦੀ ਪੂਰੀ ਕਥਾ ਦਾ। ਹੂੰ ਜਦੋਂ ਇਸ ਕਿਸਮ ਦੇ ਛੋਟੇ ਪ੍ਰਕਰਨ ਨੂੰ ਪੂਰੀ ਕਥਾ ਦੇ ਵਿੱਚ ਸਮਝਣਾ ਹੋਵੇ ਹੂੰ ਤੇ ਉਹ ਪ੍ਰਕਰਨ ਆਪਣੇ ਵਿਸ਼ੇਸ਼ ਵੱਖਰੇ ਅਰਥ ਦਿੰਦਾ ਹੋਵੇ। ਹੂੰ ਜਾਂਦੇ ਜਾਂਦੇ ਕਿਸੇ ਬੰਦੇ ਦੀ ਜਦੋਂ ਉਹ ਕਿਤੇ ਵੀ ਬੈਠਾ, ਕਿ ਉਹਦਾ ਧਿਆਨ ਉੱਥੇ ਹੈ ਜਾਂ ਨਹੀਂ, ਹੂੰ ਉਹਦੀ ਕੰਸੈਂਟਰੇਸ਼ਨ ਕਿੰਨੀ ਹੈ, ਇਸ ਨੂੰ ਦੱਸਣ ਵਾਲਾ ਪੂਰੀ ਕਥਾ ਦੇ ਵਿੱਚ ਇੱਕ ਛੋਟਾ ਪ੍ਰਕਰਨ ਆਇਆ ਹੈ। ਜਦੋਂ ਅਸੀਂ ਇਸ ਨੂੰ ਸਮਝਣਾ ਹੈ ਕਿ ਇਹ ਕਥਾ ਉੱਥੇ ਲਾਉਣ ਦਾ ਅਰਥ ਕੀ ਸੀ, ਹੂੰ ਤਾਂ ਉਹ ਸੰਦਰਭ ਤੇ ਪ੍ਰਕਰਨ ਦੇ ਰੂਪ ਦੇ ਵਿੱਚ ਅਸੀਂ ਜਦੋਂ ਕਿਸੇ ਵੀ ਰਚਨਾ ਦੇ ਛੋਟੇ ਛੋਟੇ ਕਥਾ ਜੁੱਟਾਂ ਨੂੰ ਸਮਝਦੇ ਹਾਂ ਤਾਂ ਭਾਰਤੀ ਪਰੰਪਰਾ ਅਨੁਸਾਰ ਇਸ ਨੂੰ ਅਸੀਂ ਪ੍ਰਕਰਨ ਆਖਦੇ ਹਾਂ। ਹੂੰ ਆਮ ਤੌਰ ਤੇ ਸਾਡੇ ਜਿਹੜੇ ਨਵੇਂ ਕਥਾਕਾਰ ਹੈ, ਜਦੋਂ ਉਹ ਨਾਵਲ ਜਾਂ ਕਹਾਣੀ ਨੂੰ ਸਮਝਦੇ ਆ, ਹੂੰ ਉਹਨੂੰ ਸਮਝਣ ਵੇਲੇ ਉਹ ਅੱਜ ਕੱਲ ਕੀ ਕਰਦੇ ਆ, ਬਿਰਤਾਂਤ ਦੀਆਂ ਪੱਛਮੀ ਵਿਧਾਵਾਂ ਨੂੰ ਆਧਾਰ ਬਣਾਉਂਦੇ ਆ। ਹੂੰ ਪੱਛਮੀ ਵਿਧਾਵਾਂ ਦੇ ਵਿੱਚ ਆਪਣੇ ਤਰੀਕੇ ਨਾਲ ਰਚਨਾ ਪ੍ਰਕਰਨ ਨੂੰ ਸਮਝਣ ਦੀ ਗੱਲ ਕੀਤੀ ਜਾਂਦੀ ਹੈ। ਉਹਨਾਂ ਦਾ ਆਪਣਾ ਨਾਮਕਰਨ ਹੈ, ਹੂੰ ਪਰੰਤੂ ਇਹਦੇ ਸਮਾਨਾਂਤਰ ਰੂਪ ਦੇ ਵਿੱਚ ਕਥਾ ਪ੍ਰਬੰਧ ਨੂੰ ਸਮਝਣ ਵਾਸਤੇ ਹੂੰ ਕਥਾ ਪ੍ਰਬੰਧ ਵਿੱਚ ਆਏ ਹੋਏ ਛੋਟੇ ਅੰਗ ਖੰਡ, ਹੂੰ ਜਿਹੜੇ ਆਪਣੇ ਆਪ ਦੇ ਵਿੱਚ ਕਿਸੇ ਵਿਸ਼ੇਸ਼ ਕਿਸਮ ਦੇ ਅਰਥ ਦਾ ਵਿਖਿਆਨ ਕਰਦੇ ਹੋਣ, ਉਹਨਾਂ ਨੂੰ ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਉਸ ਨੂੰ ਜਿਹੜਾ ਅਸੀਂ ਪ੍ਰਕਰਨ ਦੀ ਵਕਰੋਕਤੀ ਦੇ ਪੱਖ ਤੋਂ ਕੀਤੀ ਹੋਈ ਵਿਆਖਿਆ ਆਖ ਸਕਦੇ ਹਾਂ। ਜੀ ਸਰ, ਤੁਸੀਂ ਪ੍ਰਕਰਨ ਦੇ ਬਾਰੇ ਬਹੁਤ ਖੂਬਸੂਰਤ ਤਰੀਕੇ ਨਾਲ ਦੱਸਿਆ। ਤੇ ਇਸ ਤੋਂ ਜਿਹੜਾ ਅਗਲਾ ਆਖਰੀ, ਜਿਸ ਦਾ ਤੁਸੀਂ ਪ੍ਰਬੰਧ ਦੀ ਵਾਰ-ਵਾਰ ਗੱਲ ਕਰ ਰਹੇ ਹੋ, ਇੱਕ ਮਹਾਕਾਵ ਦੇ ਰੂਪ ਦੇ ਵਿੱਚ, ਉਹਨੂੰ ਵਕਰੋਕਤੀ ਦੇ ਰਾਹੀਂ ਕਿਵੇਂ ਸਮਝਣਾ ਜੀ? ਦੇਖੋ, ਪੂਰੀ ਦੀ ਪੂਰੀ ਜਿਹੜੀ ਰਚਨਾ ਹੈ ਉਹ ਇੱਕ ਬਿੰਬ ਹੁੰਦੀ ਹੈ, ਸਮਾਜ ਦਾ ਬਿੰਬ ਹੁੰਦੀ ਹੈ। ਉਹ ਹਰ ਰਚਨਾ ਦਾ ਕਿਤੇ ਨਾ ਕਿਤੇ ਵਿਅਕਤੀ ਦੇ ਉੱਪਰ ਵੀ ਤੇ ਸਮਾਜ ਦੇ ਉੱਪਰ ਵੀ ਆਪਣੀ ਕਿਸਮ ਦਾ ਪ੍ਰਭਾਵ ਪੈਂਦਾ ਹੈ। ਤੇ ਜਿਹੜਾ ਪੂਰੀ ਰਚਨਾ ਦਾ ਆਧਾਰ ਹੁੰਦਾ ਹੈ, ਉਹ ਸਮੁੱਚਾ ਇੱਕ ਰਚਨਾ ਦਾ ਪ੍ਰਬੰਧ ਵੀ ਹੁੰਦਾ ਹੈ। ਕਿਸੇ ਰਚਨਾ ਦੇ ਵਿੱਚ ਕਿਸ ਪੱਖ ਨੂੰ ਕਿਵੇਂ ਉਜਾਗਰ ਕੀਤਾ ਗਿਆ, ਉਸ ਨੂੰ ਅਸੀਂ ਵਕਰੋਕਤੀ ਰਾਹੀਂ ਸਮਝ ਸਕਦੇ ਹਾਂ। ਜਦੋਂ ਸਾਨੂੰ ਕਈ ਵਾਰ ਪੁੱਛਿਆ ਜਾਂਦਾ ਕਿ ਇਸ ਰਚਨਾ ਦਾ ਤੁਹਾਡੇ ਤੇ ਕੀ ਪ੍ਰਭਾਵ ਪਿਆ, ਇਸ ਰਚਨਾ ਰਾਹੀਂ ਲੇਖਕ ਨੇ ਕੀ ਕਹਿਣ ਦੀ ਕੋਸ਼ਿਸ਼ ਕੀਤੀ, ਇਸ ਰਚਨਾ ਦੇ ਵਿੱਚੋਂ ਤੁਸੀਂ ਕਿਸ ਕਿਸਮ ਦੇ ਅਰਥ ਸਪਸ਼ਟ ਕਰਨਾ ਚਾਹੋਗੇ, ਤਾਂ ਉਹ ਸਾਰੇ ਦੇ ਸਾਰੇ ਜਿਹੜੇ ਪੱਖ ਹੈ ਉਹ ਰਚਨਾ ਦੇ ਸਮੁੱਚੇ ਪ੍ਰਬੰਧ ਦੇ ਵਿੱਚ ਪਏ ਹੁੰਦੇ ਆ। ਤੇ ਉਹ ਕਈ ਵਾਰੀ ਰਚਨਾ ਦਾ ਸਮੁੱਚਾ ਪ੍ਰਬੰਧ ਇਸ ਕਿਸਮ ਦਾ ਸਮੁੱਚੇ ਬਿਰਤਾਂਤ ਨੂੰ ਵਿਅੰਗਮਈ ਆਧਾਰ ਬਣਾ ਕੇ ਪੇਸ਼ ਕਰਦਾ ਹੈ, ਜਿਹਦੇ ਵਿੱਚੋਂ ਅਰਥ ਹੈ ਜਿਹੜੇ ਉਹ ਵੱਖਰੇ ਰੂਪ ਦੇ ਵਿੱਚ ਉਜਾਗਰ ਹੁੰਦੇ ਆ। ਜਿਵੇਂ ਵਾਰ-ਵਾਰ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਜੰਗਨਾਮਾ ਸ਼ਾਹ ਮੁਹੰਮਦ ਹੈ, ਉਹ ਪੂਰੇ ਦਾ ਪੂਰਾ ਜਿਹੜਾ ਪ੍ਰਕਰਨ ਹੈ ਉਸਦਾ, ਉਹ ਸਾਰੇ ਦੇ ਵਿੱਚੋਂ ਪੂਰੀ ਦੀ ਪੂਰੀ ਕਥਾ ਦੇ ਵਿੱਚੋਂ ਆਪਾਂ ਕਹਿੰਦੇ ਆ ਜਿਹੜੀ ਰਚਨਾ ਦਾ ਸਮੁੱਚਾ ਪ੍ਰਬੰਧ ਹੈ, ਉਹ ਸਾਨੂੰ ਇੱਕ ਵੱਖਰੇ ਕਿਸਮ ਦੇ ਅਰਥ ਹੈ ਜਿਹੜੇ ਉਹ ਪ੍ਰਦਾਨ ਕਰਦਾ ਹੈ। ਤੇ ਭਾਰਤੀ ਕਾਵਿ ਸ਼ਾਸਤਰ ਦੀ ਖੂਬਸੂਰਤੀ ਇਹ ਹੈ ਕਿ ਇਹਨਾਂ ਨੇ ਜਿਹੜਾ ਸਾਡੇ ਕੋਲੇ ਮਹਾਕਾਵ, ਪ੍ਰਬੰਧ ਕਾਵ, ਖੰਡ ਕਾਵ, ਇਹਨਾਂ ਸਾਰਿਆਂ ਦੇ ਉੱਪਰ ਬਹੁਤ ਵਿਸਤਾਰ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਨਾਇਕ ਕਿਹੋ ਜਿਹਾ ਹੁੰਦਾ ਹੈ, ਉਸ ਦੇ ਵਿੱਚ ਰਸ ਕਿਸ ਕਿਸਮ ਦਾ ਹੁੰਦਾ ਹੈ, ਨਾਇਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ, ਨਾਇਕਾਵਾਂ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ, ਕਥਾ ਨੂੰ ਕਿਸ ਪ੍ਰਕਾਰ ਪੇਸ਼ ਕੀਤਾ ਜਾਂਦਾ ਹੈ, ਇਹ ਸਾਰੇ ਦੇ ਸਾਰੇ। ਕਿਉਂਕਿ ਭਾਰਤੀ ਕਾਵਿ ਸ਼ਾਸਤਰ ਆਪਣੇ ਆਪ ਦੇ ਵਿੱਚ ਸਾਹਿਤ ਨੂੰ ਸਮਝਣ ਦੀ ਬਹੁਤ ਉੱਨਤ ਪ੍ਰਕਿਰਿਆ ਸੀ।
ਜੇ ਅਸੀਂ ਭਾਰਤੀ ਕਾਵਿ ਸ਼ਾਸਤਰ ਨੂੰ ਬਾਰੀਕੀ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿੰਨੀ ਸੂਖਮਤਾ ਨਾਲ ਸਾਹਿਤ ਦੀਆਂ ਡੂੰਘਾਈਆਂ, ਸਾਹਿਤ ਦੀਆਂ ਪਰਤਾਂ, ਸਾਹਿਤ ਦੇ ਅਰਥਾਂ ਨੂੰ ਉਘਾੜਨ ਦੀ ਸਮਰੱਥਾ ਭਾਰਤੀ ਕਾਵਿ ਸ਼ਾਸਤਰ ਵਿੱਚ ਹੈ, ਓਨੀ ਸ਼ਾਇਦ ਹੈ ਹੋਰ ਕਿਸੇ ਸਾਹਿਤ ਰੂਪ ਦੇ ਵਿੱਚ ਸਾਨੂੰ ਉਪਲਬਧ ਨਹੀਂ ਹੁੰਦੀ। ਤਾਂ ਜਦੋਂ ਅਸੀਂ ਭਾਰਤੀ ਕਾਵਿ ਸ਼ਾਸਤਰ ਅਨੁਸਾਰ ਸਾਹਿਤ ਦੀ ਵਿਆਖਿਆ ਕਰਨ ਲੱਗਦੇ ਹਾਂ ਤਾਂ ਵਕਰੋਕਤੀ ਸਾਨੂੰ ਇਹਨਾਂ ਸਾਰੇ ਪੱਖਾਂ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਅਸੀਂ ਕਿਸੇ ਸਾਹਿਤ ਦੀ ਆਲੋਚਨਾਤਮਕ ਵਿਆਖਿਆ ਕਰਦੇ ਹਾਂ, ਜੇ ਸਾਨੂੰ ਇਹ ਕਿਹਾ ਜਾਵੇ ਕਿ ਵਕਰੋਕਤੀ ਸੰਪਰਦਾਇ ਦੇ ਆਧਾਰ ਤੇ ਤੁਸੀਂ ਕਿਸੇ ਕਹਾਣੀ ਦੀ, ਨਾਵਲ ਦੀ, ਕਵਿਤਾ ਦੀ ਵਿਆਖਿਆ ਕਰੋ, ਤਾਂ ਉਹ ਵਿਆਖਿਆ ਲਈ ਸਾਨੂੰ ਇੱਕ ਬਣਿਆ ਬਣਾਇਆ ਕੁੰਤਕ ਆਪਣੇ ਸਿਧਾਂਤ ਦੇ ਵਿੱਚ ਟੂਲ ਦਿੰਦਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਉਸ ਦੇ ਵਿੱਚ ਵਰਨ ਕਿਵੇਂ ਵਰਤੇ ਹੈ, ਸ਼ਬਦ ਕਿਵੇਂ ਵਰਤੇ ਹੈ, ਪਿਛੇਤਰ ਕਿਵੇਂ ਵਰਤੇ ਹੈ, ਉਸ ਰਚਨਾ ਦੇ ਵਿੱਚ ਵਾਕ ਬੰਤਰ ਕਿਸ ਕਿਸਮ ਦੀ ਹੈ, ਉਸ ਰਚਨਾ ਦੇ ਵਿੱਚ ਛੋਟੀਆਂ ਕਹਾਣੀਆਂ ਜਾਂ ਪ੍ਰਕਰਨ ਕਿਸ ਕਿਸਮ ਦੀਆਂ ਘਟਨਾਵਾਂ ਕਿਵੇਂ ਬਿਆਨ ਕੀਤੀਆਂ ਗਈਆਂ, ਰਚਨਾ ਦਾ ਸਮੁੱਚਾ ਪ੍ਰਬੰਧ ਕਿਹੋ ਜਿਹਾ। ਮੈਨੂੰ ਲੱਗਦਾ ਹੈ ਕਿ ਕਿਸੇ ਵੀ ਰਚਨਾ ਦੇ ਸ਼ਬਦ ਪ੍ਰਬੰਧ ਨੂੰ ਤੇ ਉਹਦੇ ਬਿਰਤਾਂਤਿਕ ਆਧਾਰ ਨੂੰ ਦੇਖਣ ਵਾਸਤੇ ਇਸ ਤੋਂ ਖੂਬਸੂਰਤ ਕੋਈ ਆਲੋਚਨਾਤਮਕ ਵਿਧੀ ਵਿਧਾਨ ਨਹੀਂ ਹੋ ਸਕਦਾ ਜੀ। ਇਸ ਕਰਕੇ ਆਪਣੇ ਆਪ ਦੇ ਵਿੱਚ ਇਹ ਇੱਕ ਆਲੋਚਨਾ ਦੀ ਪੂਰਨ ਪੱਧਤੀ ਹੈ ਜਿਸ ਰਾਹੀਂ ਅਸੀਂ ਸਾਹਿਤ ਨੂੰ ਬਰੀਕੀ ਨਾਲ ਸਮਝ ਸਕਦੇ ਹਾਂ ਜੀ। ਤੇ ਦਰਸ਼ਕੋ, ਤੁਸੀਂ ਵਕਰੋਕਤੀ ਸਿਧਾਂਤ ਜਿਹੜਾ ਕੁੰਤਕ ਹੋਰਾਂ ਦਾ ਦਿੱਤਾ ਹੋਇਆ ਤੇ ਉਸ ਬਾਰੇ ਸਰ ਹੋਰਾਂ ਨੇ ਬੜੇ ਸਰਲ ਤੇ ਖੂਬਸੂਰਤ ਤਰੀਕੇ ਨਾਲ ਸਾਨੂੰ ਉਸ ਦੀ ਜਾਣਕਾਰੀ ਹੈ ਤੇ ਦਿੱਤੀ ਆ। ਹੁਣ ਆਪਾਂ ਇਸ ਤੋਂ ਜਿਹੜਾ ਅਗਲਾ ਸਿਧਾਂਤ ਹੈ, ਜਿਹੜਾ ਅਚੋਤਿਆ ਸਿਧਾਂਤ ਹੈ ਭਾਰਤੀ ਕਾਵਿ ਸ਼ਾਸਤਰ ਦਾ, ਉਸ ਦੇ ਬਾਰੇ ਵੀ ਸਰ ਹੋਰਾਂ ਕੋਲੋਂ ਜਾਣਕਾਰੀ ਹਾਸਲ ਕਰਾਂਗੇ। ਤੇ ਸਰ, ਸਾਨੂੰ ਅਚੋਤਿਆ ਸਿਧਾਂਤ ਨੂੰ ਜਦੋਂ ਸਮਝਣਾ ਤੇ ਇਸ ਨੂੰ ਯਾਨੀ ਵਿਦਿਆਰਥੀ ਜਦੋਂ ਸਮਝਦਾ ਤੇ ਬਿਲਕੁਲ ਸੰਖੇਪ ਦੇ ਵਿੱਚ, ਜਦੋਂ ਇੱਕ ਸਰਲ ਤਰੀਕੇ ਨਾਲ ਕਿਵੇਂ ਸਮਝ ਸਕਦਾ, ਬਿਲਕੁਲ ਜੇ ਸੰਖੇਪ ਦੇ ਵਿੱਚ ਕਹਿਣਾ ਹੋਵੇ ਤਾਂ? ਦੇਖੋ, ਸੰਸਕ੍ਰਿਤ ਦਾ ਸ਼ਬਦ ਜਿਹੜਾ ਔਚਿਤਯ ਹੈ, ਇਸ ਨੂੰ ਕਈ ਵਾਰ ਉਚਿਤ ਦੇ ਰੂਪ ਦੇ ਵਿੱਚ ਵੀ ਅਸੀਂ ਪੰਜਾਬੀ ਦੇ ਵਿੱਚ ਸਮਝ ਸਕਦੇ ਹਾਂ। ਜਿਹੜਾ ਸਾਡਾ ਵਿਚਾਰਵਾਨ ਹੋਇਆ ਕਸ਼ਮਿੰਦਰ, ਉਹਨਾਂ ਨੇ ਤਕਰੀਬਨ 11ਵੀਂ ਸਦੀ ਦੇ ਵਿੱਚ ਆਪਣੀ ਜਿਹੜੀ ਰਚਨਾ ਹੈ ਔਚਿਤਯ ਵਿਚਾਰ ਚਰਚਾ, ਉਸ ਦੇ ਵਿੱਚ ਇਸ ਸਿਧਾਂਤ ਦਾ ਵਿਖਿਆਨ ਕੀਤਾ। ਜਿਸ ਤਰੀਕੇ ਨਾਲ ਆਪਾਂ ਆਮ ਭਾਸ਼ਾ ਦੇ ਵਿੱਚ ਸ਼ਬਦ ਦੀ ਵਰਤੋਂ ਕਰਦੇ ਹਾਂ ਕਿ ਜਿਹੜੇ ਸ਼ਬਦ ਤੁਸੀਂ ਮੈਨੂੰ ਬੋਲੇ ਸੀ ਉਹ ਉਚਿਤ ਨਹੀਂ ਸੀ, ਇਸ ਕਰਕੇ ਕਿਸੇ ਸ਼ਬਦ ਦਾ ਵਰਤੋਂ ਵਿੱਚ ਆ ਕੇ ਸਹੀ ਰੂਪ ਦੇ ਵਿੱਚ ਅਰਥ ਸੰਚਾਰ ਕਰਨ ਦੀ, ਉਚਿਤ ਰੂਪ ਦੇ ਵਿੱਚ ਅਰਥ ਸੰਚਾਰ ਕਰਨ ਦੀ ਜਿਹੜੀ ਪ੍ਰਕਿਰਿਆ ਹੈ, ਉਹਨੂੰ ਸਮਝਣ ਲਈ ਜਿਸ ਵਿਧਾਨ ਦੀ ਵਰਤੋਂ ਕੀਤੀ ਗਈ ਹੈ ਕਸ਼ਮਿੰਦਰ ਦੁਆਰਾ, ਉਸ ਨੂੰ ਅਸੀਂ ਸਾਹਿਤ ਦੀ ਸਮਝ ਦਾ ਔਚਿਤਯ ਸਿਧਾਂਤ ਕਹਿੰਦੇ ਹਾਂ ਕਿ ਕਿਸ ਸ਼ਬਦ ਨੂੰ ਠੀਕ ਸਮੇਂ ਤੇ ਕਿੱਥੇ ਵਰਤਣਾ ਹੈ। ਜੇ ਤੁਸੀਂ ਸ਼ਬਦ ਨੂੰ ਸੂਖਮ ਰੂਪ ਦੇ ਵਿੱਚ ਵਰਤਣਾ ਹੈ, ਸ਼ਬਦ ਨੂੰ ਤੁਸੀਂ ਵਿਸ਼ੇਸ਼ ਕਿਸਮ ਦੇ ਵਿਚਾਰ ਜਾਂ ਸਿਧਾਂਤ ਨੂੰ ਸਪਸ਼ਟ ਕਰਨ ਲਈ ਵਰਤਣਾ ਹੈ, ਸ਼ਬਦ ਨੂੰ ਤੁਸੀਂ ਬੀਰ ਰਸੀ ਭਾਵ ਲਈ ਵਰਤਣਾ ਹੈ, ਸ਼ਬਦ ਨੂੰ ਤੁਸੀਂ ਆਨੰਦਮਈ ਭਾਵ ਦੇ ਤੌਰ ਤੇ ਵਰਤਣਾ ਹੈ, ਕਿਸ ਸ਼ਬਦ ਨੂੰ ਕਿਸ ਰੂਪ ਦੇ ਵਿੱਚ ਕਦੋਂ, ਕਿੱਥੇ ਅਤੇ ਕਿਵੇਂ ਵਰਤਣਾ ਹੈ, ਇਸ ਤਰੀਕੇ ਨਾਲ ਸ਼ਬਦ ਦੀ ਸਹੀ, ਦੁਰਸਤ ਅਤੇ ਉਚਿਤ ਵਰਤੋਂ ਹੈ ਜਿਹੜੀ, ਉਸ ਦੇ ਪ੍ਰਕਰਨ ਨੂੰ, ਉਹਦੀ ਪ੍ਰਕਿਰਤੀ ਨੂੰ, ਉਹਦੇ ਅਰਥ ਸੰਚਾਰ ਨੂੰ ਸਮਝਣ ਦੀ ਜਿਹੜੀ ਪ੍ਰਕਿਰਿਆ, ਉਸ ਨੂੰ ਅਸੀਂ ਔਚਿਤਯ ਸਿਧਾਂਤ ਦੇ ਅੰਤਰਗਤ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਤੇ ਸਰ, ਇਸ ਔਚਿਤਯ ਸਿਧਾਂਤ ਆ ਜਿਹੜਾ, ਇਸ ਦੇ ਅਧੀਨ ਵੀ ਜਦੋਂ ਆਪਾਂ ਨੇ ਦੇਖਦੇ ਹਾਂ ਤਾਂ ਕੋਈ ਭੇਦ ਬਣੇ ਹੋਏ ਆ ਜੀ ਇਸ ਦੇ ਵਿੱਚ ਵੀ? ਬਿਲਕੁਲ ਬਿਲਕੁਲ, ਕਿਉਂਕਿ ਇਹ ਸਾਰੇ ਸਿਧਾਂਤ ਹੈ ਜਿਹੜੇ ਬੁਨਿਆਦੀ ਤੌਰ ਤੇ ਸਾਹਿਤ ਨੂੰ ਸਮਝਣ ਦਾ ਕੰਮ ਕਰਦੇ ਹੈ। ਸਾਹਿਤ ਦਾ ਮਾਧਿਅਮ ਭਾਸ਼ਾ ਹੈ ਤੇ ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਸ਼ਬਦ ਹੈ। ਇਸ ਕਰਕੇ ਭਾਵੇਂ ਅਸੀਂ ਕਿਸੇ ਵੀ ਸਿਧਾਂਤ ਦੀ ਗੱਲ ਕਰੀਏ, ਸ਼ਬਦ, ਅਰਥ, ਵਰਨ, ਇਹ ਸਾਰੇ ਸਿੱਧੇ ਜਾਂ ਸਿੱਧੇ ਤੌਰ ਤੇ ਉਸ ਵਿਧੀ ਵਿਧਾਨ ਦੇ ਵਿੱਚ ਆ ਹੀ ਜਾਂਦੇ ਹੈ ਜੀ। ਇਹ ਵੱਖਰੀ ਗੱਲ ਹੈ ਕਿ ਕਿਤੇ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਸ਼ਬਦ ਦੇ ਭਾਵ ਨੂੰ ਆਧਾਰ ਬਣਾ ਕੇ ਚੱਲੋ ਰਸ ਸੰਪਰਦਾਇ ਆ ਜਾਂਦੀ ਹੈ, ਸ਼ਬਦ ਦੀ ਸ਼ਕਤੀ ਨੂੰ ਆਧਾਰ ਬਣਾ ਕੇ ਚੱਲੋ ਤਾਂ ਧਵਨੀ ਸੰਪਰਦਾਇ ਆ ਜਾਂਦੀ ਹੈ, ਸ਼ਬਦ ਦੀ ਸ਼ਿੰਗਾਰ ਨੂੰ ਆਧਾਰ ਬਣਾ ਕੇ ਚੱਲੋ ਤਾਂ ਅਲੰਕਾਰ ਸੰਪਰਦਾਇ ਆ ਜਾਂਦੀ ਹੈ, ਸ਼ਬਦ ਦੀ ਵਰਤੋਂ ਦਾ ਅਰਥ ਪ੍ਰਭਾਵ ਕਿਹੋ ਜਿਹਾ ਤਾਂ ਵਕਰੋਕਤੀ ਸੰਪਰਦਾਇ ਆ ਜਾਂਦੀ ਹੈ। ਜੇ ਅਸੀਂ ਇਹ ਮੰਨਦੇ ਹਾਂ ਕਿ ਸ਼ਬਦ ਦੀ ਚੋਣ ਠੀਕ ਕੀਤੀ ਹੈ ਕਿ ਨਹੀਂ, ਔਚਿਤਯ ਸੰਪਰਦਾਇ ਆ ਜਾਂਦੀ ਹੈ।
ਕਿਉਂਕਿ ਸਾਰਾ ਸਾਡਾ ਸਾਹਿਤ ਹੈ ਇਹ ਸ਼ਬਦ ਦੀ ਕਲਾ ਹੈ। ਇਸ ਕਰਕੇ ਜਦੋਂ ਅਸੀਂ ਉਚਿਤਿਆ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਉਚਿਤ ਤਰੀਕੇ ਨਾਲ ਸ਼ਬਦ ਦੀ ਚੋਣ ਨੂੰ ਆਧਾਰ ਬਣਾਇਆ ਜਾਂਦਾ ਹੈ। ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਭਾਰਤੀ ਕਾਵਿ ਸ਼ਾਸਤਰ, ਜਿਨ੍ਹਾਂ ਦੀ ਪ੍ਰਮੁੱਖ ਪੁਸਤਕ ਹੈ ਭਾਰਤੀ ਕਾਵਿ ਸ਼ਾਸਤਰ ਨੂੰ ਸਮਝਣ ਵਾਸਤੇ, ਉਹ ਇੱਕ ਉਦਾਹਰਨ ਦਿੰਦੇ ਆ ਉਚਿਤਿਆ ਸਿਧਾਂਤ ਨੂੰ ਸਪਸ਼ਟ ਕਰਨ ਲਈ। ਉਹ ਕਹਿੰਦੇ ਕਿ ਬੁਨਿਆਦੀ ਤੌਰ ਤੇ ਉਚਿਤਿਆ ਸਿਧਾਂਤ ਦਾ ਆਧਾਰ ਇਹ ਹੈ ਕਿ ਕਿੱਥੇ ਸ਼ਬਦ ਲਾਉਣਾ ਹੈ ਉਹ ਬਿਲਕੁਲ ਉਵੇਂ ਹੀ ਹੈ। ਕਈ ਵਾਰੀ ਜਿਵੇਂ ਅਸੀਂ ਸਰੀਰ ਦੇ ਵਿੱਚ ਗਹਿਣੇ ਪਾਉਣੇ ਆ, ਉਹ ਉਚਿਤ ਥਾਂ ਤੇ ਪਾਏ ਹੋਣ। ਬੱਚੇ ਦੀ ਜਿਹੜੀ ਤੜਾਗੀ ਹੈ ਉਹ ਕਮਰ ਦੇ ਵਿੱਚ ਪਾਈ ਜਾਂਦੀ ਹੈ, ਜੇ ਅਸੀਂ ਗਲੇ 'ਚ ਪਾ ਦਿਆਂਗੇ ਉਚਿਤ ਨਹੀਂ ਹੋਊਗੀ। ਪੰਜੇਬਾਂ ਜਿਹੜੀਆਂ ਪੈਰਾਂ ਦੇ ਵਿੱਚ ਪਾਈਆਂ ਜਾਂਦੀਆਂ, ਪੈਰਾਂ ਦਾ ਗਹਿਣਾ, ਜੇ ਉਹਨਾਂ ਨੂੰ ਗਲੇ 'ਚ ਪਾਵਾਂਗੇ ਉਹ ਉਚਿਤ ਨਹੀਂ ਹੋਊਗਾ। ਵਾਲੀਆਂ ਕੰਨਾਂ ਦੇ ਵਿੱਚ ਪਾਈਆਂ ਜਾਂਦੀਆਂ, ਜੇ ਪੈਰ ਦੇ ਉਂਗਲ 'ਚ ਪਾ ਦਿਆਂਗੇ ਅਣਉਚਿਤ ਹੋਊਗਾ। ਇਸੇ ਪ੍ਰਕਾਰ ਹੀ ਜਿਹੜੇ ਸਾਡੇ ਸ਼ਬਦ ਹੈ, ਉਹ ਸ਼ਬਦ ਵੀ ਅਸੀਂ ਜੇ ਸਾਹਿਤ ਦੇ ਵਿੱਚ ਜਿੱਥੇ ਉਹ ਵਰਤੇ ਜਾਣੇ ਚਾਹੀਦੇ ਹੈ, ਸੂਖਮ ਸ਼ਬਦਾਂ ਨੂੰ ਸੂਖਮ ਅਤੇ ਪ੍ਰੇਮ ਭਾਵ ਵਾਲੇ ਅਰਥਾਂ ਨੂੰ ਪੇਸ਼ ਕਰਨ ਸਮੇਂ ਹੀ ਵਰਤਣਾ ਚਾਹੀਦਾ ਹੈ। ਟਵਰਗ ਧੁਨੀਆਂ ਜਿਹੜੀਆਂ, ਉਹ ਅਸੀਂ ਜੇ ਕਹੀਏ ਕਿ ਅਸੀਂ ਰੱਤੀ ਭਾਵ ਵਾਲੇ ਅਰਥ ਪ੍ਰਗਟਾਉਣ ਲਈ ਨਹੀਂ ਵਰਤ ਸਕਦੇ। ਸੂਖਮ ਜਿਹੜੀਆਂ ਟੋਨ ਹੈ ਸਾਡੀਆਂ, ਸੂਖਮ ਸ਼ਬਦ ਹੈ, ਉਹਨਾਂ ਨੂੰ ਅਸੀਂ ਬੀਰ ਰਸੀ ਭਾਵ ਪੈਦਾ ਕਰਨ ਲਈ ਨਹੀਂ ਵਰਤ ਸਕਦੇ। ਇਸ ਕਰਕੇ ਜਿਹੜਾ ਉਚਿਤਿਆ ਸਿਧਾਂਤ ਹੈ ਸਾਨੂੰ ਇਸ ਗੱਲ ਬਾਰੇ ਜਾਣਕਾਰੀ ਦਿੰਦਾ ਹੈ। ਤੁਸੀਂ ਉਚਿਤਿਆ ਦੇ ਭੇਦ ਦੀ ਗੱਲ ਕੀਤੀ ਹੈ ਤਾਂ ਪ੍ਰਮੁੱਖ ਤੌਰ ਤੇ 4 ਭੇਦ ਉਚਿਤਿਆ ਦੇ ਸਾਡੇ ਵਿਚਾਰਵਾਨਾਂ ਵੱਲੋਂ ਮੰਨੇ ਜਾਂਦੇ ਆ। ਸਭ ਤੋਂ ਪਹਿਲਾਂ ਹੈ ਇਹਦਾ ਜਿਹੜਾ ਸ਼ਬਦ ਨੂੰ ਆਧਾਰ ਬਣਾ ਕੇ ਭੇਦ ਲਿਆ ਜਾਂਦਾ ਹੈ। ਦੂਸਰਾ ਇਹਦਾ ਕਾਵਿ ਸ਼ਾਸਤਰੀ ਭੇਦ ਹੈ। ਤੀਸਰਾ ਭੇਦ ਇਹਦਾ ਚਰਿੱਤਰ ਚਿਤਰਨ ਨਾਲ ਸੰਬੰਧਿਤ ਹੈ। ਚੌਥਾ ਇਹਦਾ ਪ੍ਰਸਥਿਤੀਆਂ ਜਾਂ ਜਿਸ ਹਾਲਾਤ ਦੇ ਵਿੱਚ ਰਚਨਾ ਪੇਸ਼ ਹੁੰਦੀ ਹੈ ਉਸ ਨੂੰ ਪੇਸ਼ ਕਰਨ ਦੀ ਵਿਧੀ ਨੂੰ ਆਧਾਰ ਬਣਾ ਕੇ ਉਚਿਤਿਆ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੀ, ਤੇ ਸਰ ਇਹਦੇ ਬਾਰੇ ਸੰਖੇਪ ਦੇ ਵਿੱਚ ਸਾਨੂੰ ਇਹਨਾਂ 4 ਭੇਦਾਂ ਦੇ ਬਾਰੇ ਜੇ ਤੁਸੀਂ ਕਹਿਣਾ ਹੋਵੇ ਤਾਂ। ਹਾਂ, ਬਿਲਕੁਲ। ਜਿਹੜਾ ਸ਼ਬਦ ਵਿਗਿਆਨ ਹੈ, ਅਸੀਂ ਜਾਣਦੇ ਹਾਂ ਕਿ ਸ਼ਬਦ ਦੇ ਵਿੱਚ ਪਦ, ਵਾਕ, ਕਿਰਿਆ, ਕਾਰਕ, ਲਿੰਗ, ਵਚਨ, ਇਹ ਸਾਰੇ ਵਿਆਕਰਨਕ ਇਕਾਈਆਂ ਸ਼ਬਦ ਨੂੰ ਵਰਤਣ ਦੀਆਂ। ਇਹਨਾਂ ਸਾਰੀਆਂ ਵਿਆਕਰਨਕ ਇਕਾਈਆਂ ਨੂੰ ਅਸੀਂ ਕਿਸ ਰੂਪ ਦੇ ਵਿੱਚ ਵਰਤਣਾ? ਅਸੀਂ ਕਿਸੇ ਵੀ ਸ਼ਬਦ ਨੂੰ ਜਦੋਂ ਵਰਤਦੇ ਹਾਂ ਉਹਦੇ ਰਾਹੀਂ ਅਰਥ ਸਪਸ਼ਟ ਕਰਨ ਦੀ ਪ੍ਰਕਿਰਿਆ ਅਤੇ ਜਿਹੜਾ ਪ੍ਰਬੰਧ ਹੈ ਉਸ ਦੇ ਵਿੱਚ ਉਸ ਨੂੰ ਠੀਕ ਆਪਾਂ ਇਹ ਕਹੀਏ ਦਰਜੇਬੰਦੀ ਸ਼ਬਦ ਨੂੰ ਮਿਲਣੀ, ਇਹ ਸਾਰਾ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੁੰਦਾ ਹੈ। ਇਸੇ ਨੂੰ ਅਸੀਂ ਉਚਿਤਿਆ ਸਿਧਾਂਤ ਦੇ ਅੰਤਰਗਤ ਰੱਖ ਕੇ ਦੇਖਦੇ ਹਾਂ। ਦੂਸਰੇ ਨੰਬਰ ਤੇ ਜਿਹੜਾ ਇਹਦਾ ਕਾਵਿ ਸ਼ਾਸਤਰੀ ਆਧਾਰ ਹੈ, ਉਹਦੇ ਵਿੱਚ ਸਮੁੱਚੀ ਰਚਨਾ ਦਾ ਪ੍ਰਬੰਧ ਕਿਹੋ ਜਿਹਾ, ਉਹਦਾ ਰਸ ਵਿਧਾਨ ਕਿਹੋ ਜਿਹਾ। ਕਿਉਂਕਿ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸ ਕੇ ਹਟਿਆ ਕਿ ਰਸ ਜਾਂ ਅਲੰਕਾਰ ਦੇ ਵਿੱਚ ਵੀ ਅਸੀਂ ਉਹਨਾਂ ਸ਼ਬਦਾਂ ਦਾ ਹੀ ਪ੍ਰਯੋਗ ਕਰਦੇ ਹਾਂ ਜਿਸ ਕਿਸਮ ਦੀ ਖੂਬਸੂਰਤੀ ਰਚਨਾ ਦੀ ਬਣਾਉਣੀ ਚਾਹੁੰਦੇ ਹਾਂ ਜਾਂ ਜਿਸ ਕਿਸਮ ਦੇ ਅਸੀਂ ਭਾਵਾਂ ਨੂੰ ਪੇਸ਼ ਕਰਨਾ ਚਾਹੁੰਦੇ ਹਾਂ। ਉਦਾਹਰਨ ਵਜੋਂ ਜਿਹੜਾ ਸਾਡਾ ਗੁਰਮਤਿ ਸਾਹਿਤ ਹੈ, ਉਸ ਦੇ ਵਿੱਚ ਜਦੋਂ ਅਸੀਂ ਆਨੰਦ ਦੀ ਗੱਲ ਕਰਦੇ ਹਾਂ, ਸਹਿਜ ਦੀ ਗੱਲ ਕਰਦੇ ਹਾਂ, ਸੂਖਮਤਾ ਦੀ ਗੱਲ ਕਰਦੇ ਹਾਂ ਤਾਂ ਉਸ ਕਿਸਮ ਦੇ ਭਾਵ ਹੈ ਜਿਹੜੇ ਰਚਨਾ ਦੇ ਵਿੱਚ ਉਹ ਵਰਤੇ ਜਾਂਦੇ ਆ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਦੀ ਗੱਲ ਕਰਦੇ ਹਾਂ ਤਾਂ ਉਸ ਕਿਸਮ ਦੇ ਭਾਵ ਵਰਤੇ ਜਾਂਦੇ ਆ। ਬਾਬਾ ਫਰੀਦ ਦੀ ਰਚਨਾ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਉਸ ਕਿਸਮ ਦੇ ਜਿਹੜੇ ਭਾਵ ਹੈ ਉਹ ਵਰਤੇ ਜਾਂਦੇ ਆ। ਚਰਿੱਤਰ ਚਿਤਰਨ ਬਾਰੇ ਤੁਸੀਂ ਜਾਣਦੇ ਹੋ। ਚਰਿੱਤਰ ਚਿਤਰਨ ਤੋਂ ਭਾਵ ਇਹ ਹੁੰਦਾ ਹੈ ਕਿ ਵਿਸ਼ੇਸ਼ ਸਥਿਤੀ ਵਿੱਚ ਜਿਹੜੇ ਵੀ ਤੁਸੀਂ ਪਾਤਰ ਲਏ ਗਏ ਹੈ, ਉਹ ਪਾਤਰ ਕਿਸ ਕਿਸਮ ਦੀ ਭਾਸ਼ਾ ਜਾਂ ਕਿਸ ਕਿਸਮ ਦੇ ਉਹਨਾਂ ਦਾ ਵਿਹਾਰ ਹੈ। ਇਹ ਸਾਰੇ ਦਾ ਸਾਰਾ ਭਾਰਤੀ ਕਾਵਿ ਸ਼ਾਸਤਰ, ਤੁਹਾਨੂੰ ਮੈਂ ਦੱਸਿਆ ਕਿ ਇਹ 11ਵੀਂ ਸਦੀ ਦੀ ਰਚਨਾ ਹੈ। 11ਵੀਂ ਸਦੀ ਦੇ ਵਿੱਚ ਰਾਜਿਆਂ ਦਾ ਪ੍ਰਬੰਧ ਹੁੰਦਾ ਸੀ। ਜੇ ਉਸ ਸਾਹਿਤ ਦੇ ਵਿੱਚ ਨਾਇਕ ਦੇ ਤੌਰ ਤੇ ਕਿਸੇ ਰਾਜੇ ਨੂੰ ਲਿਆ ਗਿਆ ਹੈ ਤਾਂ ਉਹਦੀ ਭਾਸ਼ਾ ਕਿਹੋ ਜਿਹੀ ਹੋਵੇ, ਜਿਹੜਾ ਉਹਦਾ ਵਜ਼ੀਰ ਹੈ ਉਹਦੀ ਭਾਸ਼ਾ ਕਿਹੋ ਜਿਹੀ ਹੋਵੇ, ਜਿਹੜਾ ਉਹਦਾ ਫੌਜਦਾਰ ਹੈ ਉਹਦੀ ਭਾਸ਼ਾ ਕਿਹੋ ਜਿਹੀ ਹੋਵੇ, ਜਿਹੜਾ ਉਸ ਸਮੇਂ ਕਿਰਤ ਕਰਨ ਵਾਲਾ ਕਿਰਤੀ ਹੈ ਉਹਦੀ ਭਾਸ਼ਾ ਕਿਹੋ ਜਿਹੀ ਹੋਵੇ। ਇਹ ਸਾਰਾ ਇੱਕ ਰਚਨਾ ਦੇ ਸ਼ਬਦ ਤੋਂ ਲੈ ਕੇ ਸਮੁੱਚੇ ਪ੍ਰਬੰਧ ਤੱਕ ਅਸਰ ਪਾਉਂਦਾ ਹੈ। ਇਸ ਨੂੰ ਰਚਨਾ ਦੇ ਵਿੱਚ ਅਸੀਂ ਚਰਿੱਤਰ ਚਿਤਰਨ ਜਾਂ ਰਚਨਾ ਦੇ ਸਮੁੱਚੇ ਬਿਰਤਾਂਤ ਨੂੰ ਪੇਸ਼ ਕਰਨ ਦੀ ਵਿਧੀ ਵੀ ਆਖ ਸਕਦੇ ਹਾਂ। ਇਹ ਜੇ ਉਚਿਤ ਤਰੀਕੇ ਨਾਲ ਕੀਤੀ ਹੋਊਗੀ, ਅੱਜ ਕੱਲ੍ਹ ਨਾਟਕ ਦੇ ਵਿੱਚ ਵੀ ਇਹਨੂੰ ਆਧਾਰ ਬਣਾਇਆ ਜਾਂਦਾ ਹੈ ਕਿ ਉਸ ਕਿਰਦਾਰ ਨੂੰ ਜਿਹੜੀ ਸ਼ਬਦ ਚੋਣ ਕਰਕੇ ਦਿੱਤੀ ਜਾਵੇ ਨਾਟਕਕਾਰ ਦੁਆਰਾ, ਉਹ ਉਸ ਦੇ ਹੁਲੀਏ ਨੂੰ, ਉਸ ਦੇ ਦਰਜੇਬੰਦੀ ਦੇ ਅਨੁਕੂਲ ਹੋਵੇ। ਇਹ ਨਾ ਹੋਵੇ ਕਿ ਉਹਦੇ ਅਨੁਕੂਲ ਨਾ ਹੋਵੇ। ਅੱਗੇ ਗੱਲ ਆ ਜਾਂਦੀ ਹੈ ਪ੍ਰਸਥਿਤੀਆਂ ਦੇ ਵਰਣਨ ਦੀ। ਜੇ ਕੋਈ ਵਿਅਕਤੀ
ਪ੍ਰੇਮ ਭਾਵ ਵਾਲੀਆਂ ਪ੍ਰਸਥਿਤੀਆਂ ਦਾ ਵਰਣਨ ਕਰਦਾ ਹੈ ਤਾਂ ਉਹਦੀ ਪਿੱਠ ਭੂਮੀ ਵਿੱਚ ਝਰਨੇ, ਨਦੀਆਂ, ਫੁੱਲ, ਸ਼ੂਕਦੀ ਹਵਾ, ਰਮਣੀਕ ਵਾਤਾਵਰਣ ਇਸ ਕਿਸਮ ਦਾ ਚਿੱਤਰਨ ਕਰੂਗਾ। ਜੇ ਲੜਾਈ ਦਾ ਵਰਣਨ ਕਰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਤੁਸੀਂ ਦੇਖਿਆ ਕਿ ਚੰਡੀ ਦੈਂਤਾਂ ਨੂੰ ਮਾਰ ਰਹੀ ਹੈ, ਲਹੂ ਡਿੱਗ ਰਿਹਾ, ਵਿੱਚੋਂ ਹੋਰ ਦੈਂਤ ਪੈਦਾ ਹੋ ਰਹੇ ਆ, ਝੱਖੜ ਝੁੱਲ ਰਹੇ ਹੈ, ਕਾਲੇ ਬੱਦਲ ਜਿਹੜੇ ਛਾਏ ਹੋਏ ਹੈ। ਮੇਰਾ ਮਤਲਬ ਇਹ ਹੈ ਕਿ ਰਚਨਾ ਦੇ ਭਾਵ ਨੂੰ ਪੇਸ਼ ਕਰਨ ਵਾਸਤੇ ਰਚਨਾਕਾਰ ਆਪਣੀ ਕਥਾ ਪ੍ਰਵਾਹ ਨੂੰ ਜਦੋਂ ਅੱਗੇ ਲੈ ਕੇ ਜਾਂਦਾ ਹੈ ਤਾਂ ਉੱਥੇ ਨਾ ਸਿਰਫ ਇਕੱਲੇ ਸ਼ਬਦਾਂ ਦੀ ਉਚਿਤ ਚੋਣ ਮਹੱਤਵਪੂਰਨ ਹੈ, ਬਲਕਿ ਉਹਦੇ ਸ਼ਾਸਤਰੀ ਆਧਾਰ, ਉਹਦਾ ਪੇਸ਼ ਕੀਤੇ ਜਾਣ ਵਾਲੇ ਚਰਿੱਤਰ ਤੇ ਸਮੁੱਚੇ ਤੌਰ ਤੇ ਜਿਹੜਾ ਵਾਤਾਵਰਨ ਹੈ ਉਹ ਵੀ ਉਚਿਤ ਤਰੀਕੇ ਨਾਲ ਪੇਸ਼ ਹੋਣਾ ਚਾਹੀਦਾ ਹੈ। ਇਸ ਰੂਪ ਦੇ ਵਿੱਚ ਜਦੋਂ ਅਸੀਂ ਕਿਸੇ ਰਚਨਾ ਨੂੰ ਦੇਖਦੇ ਹਾਂ ਤਾਂ ਕਸ਼ਮਿੰਦਰ ਉਸ ਨੂੰ ਕਹਿੰਦੇ ਹੈ ਕਿ ਉਚਿਤਿਆ ਵਿਚਾਰ ਚਰਚਾ ਜਿਹੜਾ ਸਿਧਾਂਤ ਹੈ ਇਹ ਸਾਹਿਤ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੋ ਸਕਦਾ ਹੈ, ਕਿਉਂਕਿ ਇਸ ਸਿਧਾਂਤ ਦੀ ਆਪਣੇ ਆਪ ਦੇ ਵਿੱਚ ਹਰ ਸਾਹਿਤ ਰੂਪ ਦੇ ਵਿੱਚ ਬਹੁਤ ਜ਼ਰੂਰਤ ਹੈ ਤੇ ਇਹਦੇ ਰਾਹੀਂ ਸਾਹਿਤ ਨੂੰ ਇਸ 'ਚ ਕੋਈ ਸ਼ੱਕ ਨਹੀਂ ਕਿ ਵਧੀਆ ਤਰੀਕੇ ਨਾਲ ਨਹੀਂ ਸਮਝਿਆ ਜਾ ਸਕਦਾ। ਜੀ ਸਰ, ਸਾਨੂੰ ਤੁਸੀਂ ਇਸ ਵੀਡੀਓ ਦੇ ਵਿੱਚ, ਜੇ ਆਪਾਂ ਕੱਲੀ ਇਸ ਵੀਡੀਓ ਦੀ ਗੱਲ ਕਰੀਏ ਤਾਂ ਸਾਨੂੰ ਤੁਸੀਂ ਕੁੰਤਕ ਹੋਰਾਂ ਦੇ ਸਿਧਾਂਤ ਕਰੋਕਤੀ ਬਾਰੇ ਤੇ ਕਸ਼ਮਿੰਦਰ ਹੋਰਾਂ ਦੇ ਸਿਧਾਂਤ ਔਚਿਤਯ ਬਾਰੇ ਜਾਣਕਾਰੀ ਦਿੱਤੀ ਤੇ ਔਚਿਤਯ ਅਸਲ ਦੇ ਵਿੱਚ ਸ਼ਬਦਾਂ ਦੀ ਉਚਿਤ ਵਰਤੋਂ ਹੈ ਜੀ। ਤੇ ਇਸ ਤੋਂ ਇਲਾਵਾ ਵੀ ਸਰ ਤੁਹਾਡਾ ਧੰਨਵਾਦ ਇਸ ਗੱਲੋਂ ਵੀ ਕਿਉਂਕਿ ਤੁਸੀਂ ਸਾਨੂੰ ਸਾਰੇ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਜਿਹੜੇ ਪ੍ਰਮੁੱਖ ਸਿਧਾਂਤਕਾਰਾਂ ਦੇ ਸਿਧਾਂਤ ਆ ਉਹਨਾਂ ਦੇ ਬਾਰੇ ਤੁਸੀਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਤੇ ਇਸ ਦੇ ਲਈ ਤੁਹਾਡਾ ਬਹੁਤ ਧੰਨਵਾਦ ਸਰ। ਹਾਂ, ਧੰਨਵਾਦ ਡਾਕਟਰ ਸਾਹਿਬ। ਵਿਦਿਆਰਥੀ ਤੁਹਾਡਾ ਵੀ ਧੰਨਵਾਦ। ਤੇ ਵਿਦਿਆਰਥੀਓ, ਇਸ ਇਹਨਾਂ ਵੀਡੀਓ ਦੇ ਰਾਹੀਂ ਜਿਹੜੀਆਂ ਖਾਸ ਕਰਕੇ ਭਾਰਤੀ ਕਾਵਿ ਸ਼ਾਸਤਰ ਨੂੰ ਆਧਾਰ ਬਣਾ ਕੇ ਤੁਸੀਂ ਦੇਖੀਆਂ ਜਾਂ ਦੇਖੋਗੇ ਤਾਂ ਇਸ ਦੇ ਵਿੱਚ ਜਦੋਂ ਤੁਸੀਂ ਇਸ ਭਾਰਤੀ ਕਾਵਿ ਸ਼ਾਸਤਰ ਨੂੰ ਪੜ੍ਹਨਾ ਤਾਂ ਭਾਰਤੀ ਕਾਵਿ ਸ਼ਾਸਤਰ ਪੜ੍ਹਨ ਤੋਂ ਪਹਿਲਾਂ ਤੁਹਾਡੇ ਕੋਲੇ ਉਸ ਦਾ ਇੱਕ ਸੰਖੇਪ ਦੇ ਵਿੱਚ ਬਿਉਰਾ ਜਿਹੜਾ ਹੈ ਸਰ ਹੋਰਾਂ ਨੇ ਦਿੱਤਾ ਤੇ ਸਰਲ ਤਰੀਕੇ ਨਾਲ ਦਿੱਤਾ, ਯਾਨੀ ਇਹਨਾਂ ਸਿਧਾਂਤਾਂ ਨੂੰ ਇੱਕ ਵਾਰੀ ਸਮਝਣ ਦੇ ਲਈ ਉਮੀਦ ਹੈ ਇਹ ਵੀਡੀਓ ਤੁਹਾਡੇ ਲਈ ਲਾਹੇਵੰਦ ਸਿੱਧ ਹੋਣਗੀਆਂ। ਤੇ ਵਿਦਿਆਰਥੀਓ, ਤੁਹਾਡਾ ਬਹੁਤ ਧੰਨਵਾਦ।